3 ਸਾਲ ਹੋ ਗਏ ਤੇ ਮੈਨੂੰ ਇਹ ਨਹੀਂ ਪਤਾ ਚੱਲਣ ਦਿੱਤਾ ਗਿਆ ਮੇਰੇ ਸਹੁਰਿਆਂ ਨੇ ਜਾਂ ਮੇਰੇ ਹਸਬੰਡ ਨੇ ਕਿ ਉਹ ਡਰੱਗਸ ਲੈਂਦੇ ਨੇ। ਮੇਰੀ ਸਾਰੀ ਬਰਾਦਰੀ ਇੱਕ ਪਾਸੇ ਜਿਹੜੀ ਮੈਨੂੰ ਕਹਿੰਦੀ ਵੀ ਤੈਨੂੰ ਛੱਡ ਦੇ, ਤੇ ਮੈਂ ਇਕੱਲੀ ਇੱਕ ਪਾਸੇ ਡਿਸੀਜਨ ਲਿਆ ਕਿ ਨਹੀਂ ਮੈਂ ਇਹਨੂੰ ਨਹੀਂ ਛੱਡਣਾ। ਇੰਨੀ ਜ਼ਿਆਦਾ ਇਹਨਾਂ ਦੀ ਹਾਲਤ ਖਰਾਬ ਹੁੰਦੀ ਸੀ ਕਿ ਬੈੱਡ ਤੇ ਸੁਸੂ ਪੋਟੀ ਕਰ ਦਿੰਦੇ ਸੀ। ਘਰੋਂ ਕਦੀ ਗੈਸ ਚੁੱਕੇ ਵੇਚ ਦਿੰਦੇ ਸੀ, ਕਦੀ ਸਿਲੰਡਰ ਚੁੱਕੇ, ਆਟਾ ਤੱਕ ਘਰੋਂ ਚੁੱਕੇ ਵੇਚ ਦਿੰਦੇ ਸੀ। ਇੱਕ ਦਿਨ ਇਹਨਾਂ ਦਾ ਮਾਮਾ ਦਾ ਬੇਟਾ ਘਰ ਆਇਆ, ਇਹਨਾਂ ਦੇ ਸਾਹਮਣੇ ਹੀ ਮੇਰੇ ਨਾਲ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਪਲ ਮੇਰੇ ਲਈ ਏਦਾਂ ਦਾ ਹੋ ਗਿਆ ਸੀਗਾ ਕਿ ਸ਼ਾਇਦ ਮੈਨੂੰ ਜ਼ਮੀਨ ਫਟ ਜੇ ਤੇ ਮੈਂ ਉਹਦੇ ਵਿੱਚ ਆ ਕੇ ਮਰ ਜਾਵਾਂ। ਇਸ ਬੰਦੇ ਨੇ ਨਾਲ ਦੀ ਨਾਲ ਮੈਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਕੋਲ ਸਕੂਲ ਦੀ ਫਸਟ ਏਡ ਕਿੱਟ ਪਈ ਹੁੰਦੀ ਸੀ ਜਿਹਦੇ ਚੋਂ ਮੈਂ ਉਸੇ ਟਾਈਮ 60-70 ਗੋਲੀਆਂ ਕੱਢੀਆਂ ਤੇ ਮੈਂ ਖਾ ਲਈਆਂ। ਸਵੇਰੇ ਮੇਰੇ ਘਰ ਮੇੜ ਆਉਂਦੀ ਹੈ ਤੇ ਮੇਰੇ ਮੂੰਹ ਦੇ ਵਿੱਚੋਂ ਝੱਗ ਨਿਕਲਦੀ ਵੀ ਸੀ। ਪੰਜਾਬ ਦੀ ਕੁੜੀ ਹਾਂ, ਸੋ ਗੱਲ ਪੰਜਾਬ ਤੋਂ ਸ਼ੁਰੂ ਕਰਾਂਗੀ। ਪੰਜਾਬ ਦੇ ਵਿੱਚ ਕੁੜੀਆਂ ਨੂੰ ਬਚਪਨ ਤੋਂ ਹੀ ਇਹ ਗੱਲ ਬਾਰ-ਬਾਰ ਸਿਖਾਈ ਜਾਂਦੀ ਹੈ ਕਿ ਤੁਹਾਡਾ ਜਿਹੜਾ ਪੇਕਾ ਘਰ ਹੈ ਤੁਹਾਡਾ ਆਪਣਾ ਘਰ ਨਹੀਂ ਹੈਗਾ। ਵਿਆਹ ਕਰਵਾਉਣ ਤੋਂ ਬਾਅਦ ਜਦੋਂ ਤੁਸੀਂ ਆਪਣੇ ਸਹੁਰੇ ਘਰ ਜਾਓਗੇ ਤੁਹਾਡਾ ਆਪਣਾ ਘਰ ਹੋਏਗਾ। ਜਿਹੜੇ ਘਰ ਤੋਂ ਤੁਹਾਡੀ ਡੋਲੀ ਉੱਠ ਕੇ ਜਾਏਗੀ ਉਹ ਘਰ ਤੁਹਾਡਾ ਆਪਣਾ ਨਹੀਂ ਹੈਗਾ, ਤੇ ਜਿਹੜਾ ਵਿਆਹ ਤੋਂ ਬਾਅਦ ਤੁਸੀਂ ਆਪਣੇ ਸਹੁਰੇ ਘਰ ਜਾਓਗੇ ਉੱਥੋਂ ਹੀ ਤੁਹਾਡੀ ਅਰਥੀ ਉੱਠ ਕੇ ਜਾਣੀ ਚਾਹੀਦੀ ਹੈ। ਕਹਿਣ ਦਾ ਮਤਲਬ ਇਹ ਵੀ ਜ਼ਿੰਦਗੀ 'ਚ ਜੋ ਵੀ ਸੁੱਖ ਦੁੱਖ ਆਣਗੇ ਵਿਆਹ ਤੋਂ ਬਾਅਦ ਉਹ ਤੁਸੀਂ ਉਹਨਾਂ ਦਾ ਨਿਰਵਾਹ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਰਹਿ ਕੇ ਸਾਰਿਆਂ ਦੇ ਨਾਲ ਮਿਲ ਜੁਲ ਕੇ ਕਰਨਾ ਹੈ। ਮੈਂ ਵੀ ਪੰਜਾਬ ਤੋਂ ਸੀਗੀ, ਮੇਰੇ ਮਾਪਿਓ ਨੇ ਵੀ ਮੈਨੂੰ ਇਹੀ ਸਿੱਖ ਦਿੱਤੀ ਸੀਗੀ। ਬਟ ਇਸ ਸਿੱਖ ਦੇ ਕਰਕੇ ਕਿੱਦਾਂ ਮੇਰੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਆਈਆਂ ਤੇ ਮੈਂ ਕਿੱਦਾਂ ਉਹਨਾਂ ਚੀਜ਼ਾਂ ਤੋਂ ਬਾਹਰ ਨਿਕਲੀ, ਉਹੀ ਸਾਰੀ ਹੰਝੂਆਂ ਦੇ ਵਿੱਚ ਇੱਕ ਪਰੋਈ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਹੀ ਹਾਂ। ਤੇ ਉਮੀਦ ਕਰਦੀ ਹਾਂ ਕਿ ਸਟੋਰੀ ਸੁਣਨ ਤੋਂ ਬਾਅਦ ਤੁਸੀਂ ਵੀ ਇਸ ਕਹਾਣੀ ਤੋਂ ਮੋਟੀਵੇਟ ਜ਼ਰੂਰ ਹੋਵੋਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਹਰਿੰਦਰ ਕੌਰ ਤੇ ਜਿੱਦਾਂ ਕਿ ਮੈਂ ਦੱਸ ਚੁੱਕੀ ਹਾਂ ਕਿ ਮੈਂ ਪੰਜਾਬ ਤੋਂ ਹਾਂ। ਪਰਿਵਾਰ ਦੇ ਵਿੱਚ ਅਸੀਂ 4 ਭੈਣ ਭਰਾ ਸੀਗੇ, ਮੈਂ ਤੀਜੇ ਨੰਬਰ ਤੇ ਸੀਗੀ। ਖੁਸ਼ਹਾਲ ਪਰਿਵਾਰ ਸੀਗਾ। ਮਾਪਿਓ ਨੇ ਹਮੇਸ਼ਾ ਹੀ ਹੱਲਾਸ਼ੇਰੀ ਦਿੱਤੀ। ਕੁੜੀਆਂ ਨੂੰ ਵੀ, ਇੱਕ ਵੱਡੀ ਭੈਣ ਸੀ, ਮੈਂ ਛੋਟੀ ਸੀ, ਕਿ ਬੇਟਾ ਜ਼ਿੰਦਗੀ 'ਚ ਕੁਝ ਹੋਰ ਕਰੋ ਨਾ ਕਰੋ ਪਰ ਤੁਸੀਂ ਪੜ੍ਹਾਈ ਜ਼ਰੂਰ ਕਰਨੀ ਹੈ। ਘਰ ਦੇ ਕੰਮ ਤੋਂ ਵੀ ਉਹਨਾਂ ਨੇ ਪੂਰਾ ਸਿਖਾਇਆ ਸਾਨੂੰ, ਬਟ ਪੜ੍ਹਾਈ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਮੈਂ ਪੜ੍ਹਨ ਵਿੱਚ ਬਹੁਤ ਅੱਛੀ ਸੀਗੀ। ਮੈਂ ਗ੍ਰੈਜੂਏਸ਼ਨ ਪੂਰੀ ਕੀਤੀ। ਗ੍ਰੈਜੂਏਸ਼ਨ ਕਰਦੇ ਕਰਦੇ ਜਿੱਦਾਂ ਕਿ ਕੁੜੀਆਂ ਲਈ ਰਿਸ਼ਤੇ ਆਣੇ ਸ਼ੁਰੂ ਹੋ ਜਾਂਦੇ ਨੇ, ਇਦਾਂ ਹੀ ਮੇਰੇ ਮਾਪਿਓ ਨੇ ਵੀ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ। ਦੇਖਭਾਲ ਕੇ ਜਲੰਧਰ ਦਾ ਇੱਕ ਮੁੰਡਾ ਸੀਗਾ ਜਿਹਦੇ ਪਰਿਵਾਰ ਦੀ ਪੂਰੀ ਇਨਕੁਆਇਰੀ ਕੀਤੀ ਗਈ ਤੇ ਫਾਈਨਲੀ ਇੱਕ ਨਿਯਤ ਮਿਤੀ ਨੂੰ, ਜੋ ਕਿ 27 ਜਨਵਰੀ 2000 ਦੇ ਵਿੱਚ ਸੀਗੀ, ਉਸ ਦਿਨ ਮੇਰਾ ਵਿਆਹ ਉਸ ਬੰਦੇ ਦੇ ਨਾਲ ਮਿਥਿਆ ਗਿਆ। ਵਿਆਹ ਕਰਵਾ ਕੇ ਮੈਂ ਸਹੁਰੇ ਘਰ ਆ ਗਈ। ਮੈਂ ਬਹੁਤ ਖੁਸ਼ ਸੀਗੀ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਜੋ ਕੁਆਰੇ ਹੁੰਦੇ ਛੋਟੇ ਛੋਟੇ ਮੈਂ ਸੁਪਨੇ ਵੇਖੇ ਸੀਗੇ ਕਿ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਇਦਾਂ ਹੋਣੀ ਹੈ, ਮੇਰੀ ਜ਼ਿੰਦਗੀ 'ਚ ਆ ਕੁਛ ਆਏਗਾ ਤੇ ਸ਼ਾਇਦ ਮੈਂ ਇਦਾਂ ਖੁਸ਼ੀਆਂ ਪ੍ਰਾਪਤ ਕਰਾਂਗੀ। ਮੈਨੂੰ ਇਦਾਂ ਲੱਗ ਰਿਹਾ ਸੀ ਉਸ ਪਰਿਵਾਰ ਵਿੱਚ ਜਾਣ ਤੋਂ ਬਾਅਦ ਕਿ ਸਭ ਕੁਝ ਮੈਨੂੰ ਉਦਾਂ ਦਾ ਹੀ ਮਿਲਿਆ ਹੈ ਜਿੱਦਾਂ ਦਾ ਮੈਂ ਸੁਪਨੇ ਵਿੱਚ ਸੋਚਿਆ ਸੀਗਾ। ਮੈਂ ਬਹੁਤ ਖੁਸ਼ ਸੀਗੀ, ਪਰ ਖੁਸ਼ੀਆਂ ਨੂੰ ਕਹਿੰਦੇ ਨਜ਼ਰ ਛੇਤੀ ਲੱਗ ਜਾਂਦੀ ਹੈਗੀ ਹੈ। ਇੱਕ ਹਫ਼ਤੇ ਬਾਅਦ ਹੀ ਵਿਆਹ ਤੋਂ ਬਾਅਦ ਮੇਰੇ ਪਾਪਾ ਜੀ, ਮਤਲਬ ਮੇਰੇ ਸੋਹਰਾ ਜੀ ਨੇ ਮੈਨੂੰ ਬੁਲਾ ਕੇ ਇੱਕ ਦਿਨ ਕਿਹਾ ਕਿ ਬੇਟਾ ਜੀ, ਬੱਬੂ, ਜੋ ਕਿ ਮੇਰੇ ਹਸਬੈਂਡ ਦਾ ਨਿਕਨੇਮ ਹੈਗਾ, ਕਿ ਬੱਬੂ ਨੇ ਆਪਣੇ ਕਿਸੇ ਦੋਸਤ ਨੂੰ ਲੈਣ ਜਾਣਾ ਹੈਗਾ 에ਅਰਪੋਰਟ ਤੋਂ, ਦਿੱਲੀ 에ਅਰਪੋਰਟ ਤੋਂ, ਤੇ ਇਸ ਲਈ ਇਹਨੂੰ ਉੱਥੇ ਜਾਣਾ ਪਏਗਾ। ਸੋ ਮੈਂ ਵੀ ਕਿਹਾ ਠੀਕ ਹੈ ਪਾਪਾ ਜੀ, ਦੋਸਤ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੁੰਦੇ ਨੇ, ਪਰਿਵਾਰ ਰਿਸ਼ਤੇਦਾਰ ਆਪਣੀ ਜਗ੍ਹਾ, ਦੋਸਤੀ ਵੀ ਆਪਣੀ ਜਗ੍ਹਾ। ਸੋ ਮੈਂ ਕਿਹਾ ਠੀਕ ਹੈ, ਜਾਣਾ ਚਾਹੁੰਦੇ ਨੇ ਤੇ ਚਲੇ ਜਾਣ। ਬੱਬੂ ਜੀ ਚਲੇ ਗਏ। ਉਸ ਤੋਂ ਬਾਅਦ ਕੀ ਹੋਇਆ ਕਿ ਇਹ 1 ਦਿਨ ਬੀਤਿਆ, 2 ਦਿਨ ਬੀਤੇ, 3 ਦਿਨ ਬੀਤੇ, ਕਰਦੇ ਕਰਦੇ 10 ਦਿਨ ਬੀਤ ਗਏ। ਮੈਂ ਇਹਨਾਂ ਨੂੰ ਫੋਨ ਕਰਦੀ ਪਈ, ਫੋਨ ਨਹੀਂ ਚੁੱਕਦੇ ਪਏ। ਘਰ ਵਾਲਿਆਂ ਕੋਲੋਂ ਪੁੱਛਦੀ ਪਈ, ਕੋਈ ਮੈਨੂੰ ਦੱਸਣ ਨੂੰ ਤਿਆਰ ਨਹੀਂ ਹੈਗਾ ਕਿ ਕਿੱਥੇ ਗਏ ਹੈਗੇ ਨੇ। ਮੈਨੂੰ ਵੀ ਬੜੀ ਟੈਨਸ਼ਨ। ਜਦੋਂ ਵੀ ਮੈਂ ਘਰ ਪੁੱਛਣਾ ਆਪਣੀਆਂ ਨਨਾਣਾ ਕੋਲ ਜਾਂ ਪਾਪਾ ਜੀ ਜਾਂ ਮੰਮੀ ਜੀ ਕੋਲ, ਉਹਨਾਂ ਨੇ ਇੱਕੋ ਗੱਲ ਕਹਿਣੀ ਕਿ ਬੇਟਾ ਜੀ ਦੋਸਤਾਂ ਨਾਲ ਉੱਤੇ ਥੱਲੇ ਟਾਈਮ ਲੱਗ ਜਾਂਦਾ, ਟੈਨਸ਼ਨ ਨਾ ਲੈ, ਉਹ ਘਰ ਆ ਜਾਏਗਾ। ਫਾਈਨਲੀ 10 ਦਿਨ ਬਾਅਦ ਇਹ ਘਰ ਆਉਂਦੇ ਨੇ ਤੇ ਮੈਂ ਕੀ ਦੇਖਣੀ ਹੈ ਕਿ ਇਹਨਾਂ ਦੀ ਹਾਲਤ ਥੋੜੀ ਜਿਹੀ ਅਜੀਬ ਜੀ ਹੈਗੀ ਹੈ। ਤੇ ਪਾਪਾ ਜੀ ਮੈਨੂੰ ਦੱਸਦੇ ਨੇ ਕਿ ਬੇਟਾ ਜੀ ਟੈਨਸ਼ਨ ਨਾ ਲਵੋ, ਐਕਚੁਅਲੀ ਇਹਦੇ ਨਾਲ ਹੋਇਆ ਕੀ ਹੈਗਾ ਕਿ ਇਹ ਜਦੋਂ ਦਿੱਲੀ ਗਿਆ ਸੀਗਾ ਤੇ ਰਸਤੇ ਦੇ ਵਿੱਚ ਇਹਦਾ ਇੱਕ ਐਕਸੀਡੈਂਟ ਹੋ ਗਿਆ ਸੀਗਾ। ਐਕਸੀਡੈਂਟ ਹੋਣ ਦੇ ਕਰਕੇ ਇਹਦੀ ਚੈਸਟ ਦੇ ਵਿੱਚ ਕੁਝ ਚੋਟ ਲੱਗੀ ਹੈ, ਜਿਹਦੇ ਕਰਕੇ ਇਹਨੂੰ ਹਸਪੀਟਲਾਈਜ਼ ਕਰਵਾ ਦਿੱਤਾ ਗਿਆ ਸੀਗਾ। ਕਿਉਂਕਿ ਤੂੰ ਨਵੀਂ ਵਿਆਹੀ ਸੀਗੀ ਤੇ ਸਾਨੂੰ ਇਹ ਲੱਗਦਾ ਸੀ ਕਿ ਤੈਨੂੰ ਟੈਨਸ਼ਨ ਹੋ ਜਾਣੀ ਕਿਸੇ ਤਰ੍ਹਾਂ ਦੀ, ਤੈਨੂੰ ਉਹ ਜ਼ਿਆਦਾ ਟੈਨਸ਼ਨ ਨਾ ਹੋਵੇ। ਉਸ ਟੈਨਸ਼ਨ ਤੋਂ ਬਚਾਉਣ ਲਈ ਅਸੀਂ ਤੈਨੂੰ ਨਹੀਂ ਦੱਸਿਆ ਕਿ ਇਹ ਹਸਪੀਟਲ ਦੇ ਵਿੱਚ ਹੈਗਾ। ਮੈਨੂੰ ਵੀ ਲੱਗਿਆ ਕਿ ਸ਼ਾਇਦ ਪਾਪਾ ਜੀ ਠੀਕ ਕਹਿੰਦੇ ਪਏ ਹੈਗੇ ਨੇ। ਸੋ ਮੈਂ ਉਹਨਾਂ ਦੀ ਗੱਲਾਂ ਨੂੰ ਸੱਚ ਮੰਨ ਕੇ ਇਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਥੋੜੇ ਦਿਨ ਬਾਅਦ ਇਹ ਠੀਕ ਹੋ ਗਏ। ਜ਼ਿੰਦਗੀ ਫਿਰ ਇੱਕ ਟਰੈਕ ਤੇ ਆਣੀ ਸ਼ੁਰੂ ਹੋ ਗਈ।
ਮੇਰੇ ਲਈ ਵਿਆਹ ਤੋਂ ਪਹਿਲੇ ਹੀ ਜਦੋਂ ਇੰਗੇਜਮੈਂਟ ਹੋਈ ਸੀ ਉਦੋਂ ਹੀ ਇੱਕ ਸਕੂਲ ਚੂਜ਼ ਕਰ ਲਿਆ ਗਿਆ ਸੀ ਜਿੱਥੇ ਮੈਨੂੰ ਵਿਆਹ ਤੋਂ ਜਲਦੀ ਬਾਅਦ ਕਹਿ ਦਿੱਤਾ ਗਿਆ ਕਿ ਮੈਂ ਉੱਥੇ ਜੌਬ ਕਰਨੀ ਹੈ। ਜਲੰਧਰ ਦਾ ਇੱਕ ਮੰਨਿਆ ਹੋਇਆ ਸਕੂਲ ਸੀਗਾ, ਮੈਂ ਪੜ੍ਹੀ ਹੋਈ ਸੀਗੀ, ਸੋ ਉੱਥੇ ਜੌਬ ਆਸਾਨੀ ਨਾਲ ਮੈਨੂੰ ਮਿਲ ਗਈ। ਮੈਂ ਸਵੇਰੇ 5 ਵਜੇ ਉੱਠਦੀ ਸੀ, ਘਰ ਦਾ ਸਾਰਾ ਕੰਮ ਨਿਪਟਾ ਕੇ ਸਾਰਿਆਂ ਲਈ ਲੰਚ ਵਗੈਰਾ ਪੈਕ ਕਰਕੇ ਉਸ ਤੋਂ ਬਾਅਦ ਮੇਰੀ 7 ਵਜੇ ਬੱਸ ਆਉਂਦੀ ਸੀ ਜਦੋਂ ਮੈਂ ਸਕੂਲ ਦੇ ਵਿੱਚ ਚਲੀ ਜਾਂਦੀ ਸੀ। ਰਾਤੀ ਜਦੋਂ ਮੈਂ ਘਰ ਆਣਾ, ਸ਼ਾਮੀ ਵਾਪਸ, ਰਾਤ ਦੀ ਰੋਟੀ ਦੀ ਜ਼ਿੰਮੇਵਾਰੀ ਵੀ ਮੇਰੀ ਹੁੰਦੀ ਸੀਗੀ। ਮਤਲਬ ਸਵੇਰੇ 5 ਵਜੇ ਤੋਂ ਲੈ ਕੇ ਰਾਤੀ ਚਾਹੇ ਮੈਨੂੰ 11 ਵਜੇ ਪਏ ਨੇ, ਸਾਰਾ ਕੰਮ ਮੈਂ ਘਰ ਦਾ ਇਕੱਲੇ ਹੀ ਕਰਦੀ ਸੀ। ਪਰ ਮੈਨੂੰ ਕਦੀ ਬੁਰਾ ਨਹੀਂ ਲੱਗਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਮੇਰਾ ਆਪਣਾ ਹੀ ਤਾਂ ਪਰਿਵਾਰ ਹੈ, ਫਿਰ ਕੀ ਹੁੰਦਾ ਅਗਰ ਮੈਂ ਥੋੜਾ ਜਿਹਾ ਐਕਸਟਰਾ ਕਰਦੀ ਵੀ ਹੈਗੀ ਆ। ਸੋ ਕਰਦੇ ਕਰਦੇ ਜੀ 1 ਮਹੀਨਾ ਬੀਤਿਆ ਮੈਨੂੰ ਜੌਬ ਕਰਦੇ, ਤੇ ਉਸ ਤੋਂ ਬਾਅਦ ਦਿਨ ਆਇਆ ਜਦੋਂ ਮੈਨੂੰ ਉੱਥੋਂ ਸੈਲਰੀ ਮਿਲੀ। ਮੈਂ ਬਹੁਤ ਖੁਸ਼ ਸੀਗੀ। ਮੈਂ ਘਰ ਆਈ, ਮੈਂ ਪਰਸ ਰੱਖਿਆ ਤੇ ਆਪਣੇ ਹਸਬੈਂਡ ਨੂੰ ਦੱਸਿਆ ਕਿ ਅੱਜ ਮੈਨੂੰ ਇੰਨੇ ਪੈਸੇ ਮਿਲੇ ਹੈਗੇ ਨੇ, ਤੇ ਉਹ ਦੇਖ ਕੇ ਉਹਨਾਂ ਨੇ ਸਮਾਈਲ ਕੀਤਾ, ਪਰ ਉਹਨਾਂ ਦਾ ਰਿਸਪੌਂਸ ਕੁਝ ਨਹੀਂ ਸੀਗਾ। ਉਸੇ ਟਾਈਮ ਮੇਰੀ ਵੱਡੀ ਨਨਾਣ ਮੇਰੇ ਆਂਦੀ ਹੈ ਰੂਮ ਦੇ ਵਿੱਚ, ਥੋੜੀ ਦੇਰ ਬਾਅਦ 10 ਮਿੰਟ ਬਾਅਦ ਉਹ ਆਂਦੀ ਹੈ ਤੇ ਉਹ ਪਰਸ ਦੇ ਵਿੱਚੋਂ ਮੇਰੇ ਸਾਰੇ ਪੈਸੇ ਕੱਢ ਕੇ ਲੈ ਜਾਂਦੀ ਹੈ। ਮੈਂ ਹੈਰਾਨ ਪਰੇਸ਼ਾਨ ਕਿ ਮੇਰੇ ਕੋ ਪੁੱਛਿਆ ਵੀ ਨਹੀਂ, ਮੈਨੂੰ ਸੈਲਰੀ ਮਿਲੀ ਹੈ। ਮੈਂ ਸੋਚਦੀ ਸੀ ਕਿ ਮੈਂ ਇਸ ਸੈਲਰੀ ਨਾਲ ਏਦਾਂ ਕਰਾਂਗੀ ਜਾਂ ਫੈਮਿਲੀ ਲਈ ਗਿਫਟ ਲਵਾਂਗੀ ਜਾਂ ਕੁਝ ਆਪਣੇ ਲਈ ਲਵਾਂਗੀ, ਬਟ ਇਹਨਾਂ ਨੇ ਤਾਂ ਸਾਰੇ ਪੈਸੇ ਲੈ ਲਏ। ਤੇ ਸ਼ਾਇਦ ਮੈਂ ਉਦੋਂ ਇੰਨੀ ਬੋਲਡ ਨਹੀਂ ਸੀਗੀ ਕਿ ਮੈਂ ਇਹਨਾਂ ਕੋਲ ਪੁੱਛ ਸਕਾਂ, ਜਾਂ ਸ਼ਾਇਦ ਸੰਸਕਾਰ ਏਦਾਂ ਦੇ ਸੀਗੇ ਕਿ ਉਹ ਮੇਰੇ ਤੋਂ ਵੱਡੀ ਸੀਗੀ, ਮੈਂ ਉਹਦੇ ਕੋਲ ਪੁੱਛਿਆ ਨਹੀਂ ਕਿ ਤੁਸੀਂ ਦੀਦੀ ਪੈਸੇ ਕਿਉਂ ਲਏ ਹੈਗੇ ਨੇ ਮੇਰੇ ਕੋਲ। ਮੇਰੇ ਹਸਬੈਂਡ ਨੇ ਵੀ ਅੱਗੋਂ ਇਹ ਕਿਹਾ ਕਿ ਘਰ ਕੁਝ ਤੰਗੀਆਂ ਨੇ ਵਿਆਹ ਤੋਂ ਬਾਅਦ, ਇਸ ਲਈ ਘਰ ਖਰਚ ਦੇ ਲਈ ਪੈਸਿਆਂ ਦੀ ਲੋੜ ਹੈ, ਇਸ ਲਈ ਉਹ ਤੇਰੇ ਪਰਸ ਤੋਂ ਪੈਸੇ ਕੱਢ ਕੇ ਲੈ ਗਈ। ਮੈਨੂੰ ਫਿਰ ਵੀ ਬੁਰਾ ਨਹੀਂ ਲੱਗਿਆ, ਪਰ ਇੱਕ ਚੀਜ਼ ਮੈਨੂੰ ਥੋੜੀ ਜਿਹੀ ਮਹਿਸੂਸ ਹੁੰਦੀ ਸੀ ਕਿ ਜਿੱਦਾਂ ਮੇਰੇ ਛੋਟੇ ਛੋਟੇ ਖਰਚੇ ਸੀ, ਮੈਰਿਡ ਸੀ, ਕਦੀ ਲਿਪਸਟਿਕ ਚਾਹੀਦੀ ਹੈਗੀ ਹੈ, ਕਦੀ ਚੱਪਲ ਟੁੱਟ ਗਈ ਹੈ, ਜਾਂ ਵਿਆਹ ਤੇ ਜਿਹੜੇ ਸੂਟ ਮਿਲੇ ਨੇ ਤੁਸੀਂ ਲਗਾਤਾਰ ਉਹ ਨਹੀਂ ਪਾ ਸਕਦੇ, ਤੁਹਾਨੂੰ ਗਰਮੀਆਂ 'ਚ ਗਰਮੀਆਂ ਦੇ ਸੂਟ ਜਾਂ ਸਰਦੀਆਂ ਦੇ ਕੱਪੜੇ, ਮੇਰੀ ਉਹ ਕਿਸੇ ਵੀ ਤਰ੍ਹਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸੀ। ਮਤਲਬ ਛੋਟੀ ਛੋਟੀ ਚੀਜ਼ ਲਈ ਈਵਨ ਮੈਂ ਅਰਨਿੰਗ ਸੀਗੀ, ਪਰ ਮੈਨੂੰ ਉਹਦੇ ਆਪਣੇ ਪੈਸੇ ਵੀ ਕਮਾਉਣ ਲਈ ਮੈਂ ਖਰਚ ਨਹੀਂ ਕਰ ਸਕਦੀ ਸੀ। ਹਸਬੈਂਡ ਕੋਲੋਂ ਪੁੱਛਣਾ ਤੇ ਉਹਨਾਂ ਨੇ ਇਹ ਕਹਿਣਾ, ਪਾਪਾ ਜੀ ਨੂੰ ਕਦੀ ਗੱਲ ਕਰਨੀ ਜਾਂ ਮੰਮੀ ਜੀ ਨੂੰ ਕਰਨੀ ਤੇ ਉਹਨਾਂ ਨੇ ਇਹ ਕਹਿਣਾ, ਬੇਟਾ ਕੋਈ ਗੱਲ ਨਹੀਂ, ਵੱਡਾ ਹੈਗਾ, ਪਰਿਵਾਰ ਦੀ ਜ਼ਿੰਮੇਵਾਰੀ ਹੈ, ਚਲ ਤੂੰ ਵੀ ਆ ਕੇ ਜ਼ਿੰਮੇਵਾਰੀ ਸਾਂਭ। ਮੈਨੂੰ ਵੀ ਲੱਗਿਆ ਕੋਈ ਗੱਲ ਨਹੀਂ। ਹੌਲੀ ਹੌਲੀ ਕਰਕੇ ਇਹਨਾਂ ਨੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰਤਾ। ਘਰ ਦੇ ਸਮਾਨ ਦੇ ਵਿੱਚ ਇੱਥੇ ਮੈਂ ਗੱਲ ਕਰਾਂਗੀ ਸਭ ਨਾਲ ਪਹਿਲੇ ਮੇਰਾ ਸੋਨਾ, ਜਿਹੜਾ ਕਿ ਮੇਰੇ ਮਾਪਿਓ ਨੇ ਪਾਇਆ ਸੀਗਾ। ਇਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਬਿਜ਼ਨਸ ਦੇ ਵਿੱਚ ਬਹੁਤ ਘਾਟਾ ਪੈਣਾ ਸ਼ੁਰੂ ਹੋ ਗਿਆ, ਜਿਹਦੇ ਕਰਕੇ ਮੈਨੂੰ ਕੁਝ ਪੈਸਿਆਂ ਦੀ ਲੋੜ ਹੈ। ਪਹਿਲੇ ਤਾਂ ਮੈਂ ਆਪਣੇ ਪੇਕਿਆਂ ਤੋਂ ਕੁਝ ਪੈਸੇ ਲਿਆ ਕੇ ਦਿੱਤੇ, ਉਸ ਤੋਂ ਬਾਅਦ ਫਿਰ ਇਹਨਾਂ ਨੇ ਹੌਲੀ ਹੌਲੀ ਫਿਰ ਕਹਿਣਾ ਸ਼ੁਰੂ ਕੀਤਾ ਕਿ ਨਹੀਂ, ਘਾਟਾ ਹੋਰ ਪੈਣਾ ਸ਼ੁਰੂ ਹੋ ਗਿਆ, ਮੈਨੂੰ ਹੋਰ ਪੈਸਿਆਂ ਦੀ ਲੋੜ ਹੈ। ਮੈਂ ਅੱਖਾਂ ਬੰਦ ਕਰਕੇ ਇਹਨਾਂ ਤੇ ਆਪਣੇ ਸਹੁਰੇ ਪਰਿਵਾਰ ਤੇ ਟਰਸਟ ਕਰਦੀ ਰਹੀ। ਮੈਂ ਹੌਲੀ ਹੌਲੀ ਕਰਕੇ ਇਹਨਾਂ ਨੂੰ ਕਿਹਾ, ਕੋਈ ਗੱਲ ਨਹੀਂ, ਕੰਮ 'ਚ ਤੁਸੀਂ ਹੌਸਲਾ ਨਾ ਛੱਡੋ, ਤੁਸੀਂ ਆਪਣਾ ਕੰਮ ਜਾਰੀ ਰੱਖੋ, ਤੁਹਾਨੂੰ ਸੋਨਾ ਚਾਹੀਦਾ ਲਓ। ਹੌਲੀ ਹੌਲੀ ਕਰਕੇ ਮੇਰੇ ਕੋਲ ਜਿੰਨੇ ਤੋਲੇ ਸੋਨਾ ਸੀਗਾ, ਆਈ ਥਿੰਕ 10 ਤੋਲੇ ਸੋਨਾ ਸੀਗਾ ਜਿਹੜੇ ਮੇਰੇ ਮਾਪਿਓ ਨੇ ਪਾਏ ਸੀ, ਮੈਂ ਇਹਨਾਂ ਨੂੰ ਹੌਲੀ ਹੌਲੀ ਕਰਕੇ ਸਾਰਾ ਦੇ ਦਿੱਤਾ। ਪਰ ਇਹਨਾਂ ਦਾ ਬਿਜ਼ਨਸ ਨਾ ਚੱਲਣਾ ਸੀ ਨਾ ਉਹ ਚੱਲਿਆ। ਇਨ ਬਿਟਵੀਨ ਬੇਟਾ ਆ ਗਿਆ ਜ਼ਿੰਦਗੀ ਦੇ ਵਿੱਚ, ਅਸੀਂ ਉਹ ਜਗ੍ਹਾ ਛੱਡ ਕੇ ਦੂਜੀ ਜਗ੍ਹਾ ਸ਼ਿਫਟ ਹੋ ਗਏ। ਰੀਜ਼ਨ ਇਹ ਸੀਗਾ ਕਿ ਮੈਂ ਆਪਣਾ ਪਾਰਲਰ ਵੀ ਸ਼ੁਰੂ ਕੀਤਾ ਹੋਇਆ ਸੀਗਾ, ਪਰ ਪਾਰਲਰ ਸੀਗਾ, ਸਕੂਲ ਦੀ ਜੌਬ ਸੀਗੀ, ਉਹਦੇ ਬਾਵਜੂਦ ਵੀ ਮੈਂ ਜੋ ਵੀ ਕਮਾਉਂਦੀ ਸੀਗੀ ਉਹ ਘਰ ਖਰਚਿਆਂ ਲਈ, ਜਾਂ ਪਤਾ ਨਹੀਂ ਚੱਲਦਾ ਸੀ ਜਦੋਂ ਮੇਰੀ ਨਨਾਣ ਆਈ ਜਾਂ ਮੇਰੇ ਹਸਬੈਂਡ ਜਾਂ ਮੇਰੇ ਸਹੁਰਾ ਸਾਹਿਬ ਵੀ ਮੇਰੇ ਪਾਰਲਰ ਦੇ ਵਿੱਚੋਂ ਰਾਤੀ ਆਉਂਦੇ ਤੇ ਉਹਨਾਂ ਨੇ ਪੈਸੇ ਜਿਹੜੇ ਸੀਗੇ ਉੱਥੇ ਲੈ ਕੇ ਚਲੇ ਜਾਂਦੇ ਸੀਗੇ। ਮੈਨੂੰ ਸਭ ਕੁਝ ਅਜੀਬ ਲੱਗਦਾ ਸੀ, ਪਰ ਮੈਂ ਇਹਦੇ ਅਗੇਂਸਟ ਕੁਝ ਬੋਲ ਨਹੀਂ ਪਾ ਰਹੀ ਸੀ, ਕੁਝ ਕਰ ਨਹੀਂ ਪਾ ਰਹੀ ਸੀ ਕਿ ਚਲੋ ਕੋਈ ਗੱਲ ਨਹੀਂ, ਆਪਣਾ ਪਰਿਵਾਰ ਹੈ, ਕੋਈ ਗੱਲ ਨਹੀਂ ਏਦਾਂ ਦੀ। ਸੋ 3 ਸਾਲ ਹੋ ਗਏ, ਏਦਾਂ ਹੀ ਜ਼ਿੰਦਗੀ ਅੱਗੇ ਵੱਧਦੀ ਜਾ ਰਹੀ ਸੀਗੀ। ਇੱਕ ਦਿਨ ਇਹਨਾਂ ਦਾ ਮਾਮਾ ਜੀ ਦਾ ਬੇਟਾ ਘਰ ਆਇਆ। ਉਸ ਤੋਂ ਪਹਿਲੇ ਜਦੋਂ ਘਰ ਆਇਆ, ਇਹਨਾਂ ਦਾ ਪਤਾ ਕਰਨ ਆਇਆ ਸੀ ਕਿਉਂਕਿ ਫਿਰ ਦੁਬਾਰਾ ਬਿਮਾਰ ਹੋ ਗਏ ਸੀ ਤੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ। ਇਹ ਉਹੀ ਹਸਪੀਟਲ ਸੀਗਾ ਜਿੱਥੇ ਕਿ ਮੇਰੇ ਬੇਟੇ ਦੀ ਡਿਲੀਵਰੀ ਹੋਈ ਸੀ। ਜਲੰਧਰ ਦਾ ਇੱਕ ਬਹੁਤ ਵੱਡਾ ਹਸਪੀਟਲ ਹੈ। ਜਦੋਂ ਇਹਨਾਂ ਨੂੰ ਉੱਥੇ ਐਡਮਿਟ ਕਰਵਾਇਆ, ਮੈਂ ਇਹਨਾਂ ਨੂੰ ਨਾਲ ਲੈ ਕੇ ਗਈ, ਪਰ ਹੈਰਾਨੀ ਦੀ ਗੱਲ ਹੈ ਕਿ ਮੇਰੇ ਸਹੁਰਾ ਪਰਿਵਾਰ ਸਾਰੇ ਆਏ ਹੋਏ ਨੇ, ਪਰ ਮੈਨੂੰ ਕਿਸੇ ਨੇ ਵੀ ਡਾਕਟਰ ਦੇ ਨਾਲ ਮਿਲਣ ਨਹੀਂ ਦਿੱਤਾ। ਇਹਨਾਂ ਦਾ ਟ੍ਰੀਟਮੈਂਟ ਚੱਲਦਾ ਰਿਹਾ। ਪੈਸੇ ਕਿੱਥੋਂ ਆਉਂਦੇ ਪਏ ਨੇ, ਜਿਹੜਾ ਥੋੜਾ ਬਹੁਤ ਗੋਲਡ ਰਹਿ ਗਿਆ ਸੀ ਜੋ ਮੈਂ ਹੀ ਪੇ ਕਰਦੀ ਪਈ ਸੀ ਇਹਨਾਂ ਦੇ ਹਸਪੀਟਲ ਦੇ ਸਾਰੇ ਬਿੱਲ। ਸੋ ਇਹ 8-10 ਦਿਨ ਉੱਥੇ ਰਹਿ ਕੇ ਘਰ ਵਾਪਸ ਆਉਂਦੇ ਨੇ। ਉਸ ਤੋਂ ਬਾਅਦ ਇਹਨਾਂ ਦਾ ਮਾਮਾ ਜੀ ਦਾ ਮੁੰਡਾ, ਜੋ ਕਿ ਮੇਰੇ ਮਾਪਿਓ ਦਾ ਵੀ ਰਿਸ਼ਤੇਦਾਰ ਸੀਗਾ ਤੇ ਇਧਰੋਂ ਮੇਰੇ ਸਹੁਰਿਆਂ ਦੇ ਰਿਸ਼ਤੇਦਾਰ, ਉਹ ਘਰ ਆਉਂਦੇ ਇਹਨਾਂ ਦਾ ਪਤਾ ਕਰ ਲਈ। ਤੇ ਮੈਨੂੰ ਥੋੜੀ ਦੇਰ ਬਾਅਦ ਮੈਂ ਅੱਖਾਂ 'ਚ ਪਾਣੀ ਸੀਗਾ ਕਿ ਹਸਬੈਂਡ ਹਸਪੀਟਲਾਈਜ਼ਡ ਹੋਏ ਨੇ, ਇੰਨੀ ਜ਼ਿਆਦਾ ਪ੍ਰੋਬਲਮ ਜ਼ਿੰਦਗੀ ਚੱਲਦੀਆਂ ਪਈਆਂ ਨੇ। ਸੋ ਮੈਨੂੰ ਕਹਿੰਦਾ, ਭਾਬੀ ਤੁਸੀਂ ਧੰਨੋ, ਤੁਹਾਡੇ ਪੈਰਾਂ ਦੇ ਵਿੱਚ ਸੱਚੀ ਜਿੰਨਾ ਮੈਂ ਸਿਰ ਝੁਕਾਵਾਂ ਓਨਾ ਘੱਟ ਹੈ, ਤੁਸੀਂ ਬਹੁਤ ਮਹਾਨ। ਮੈਂ ਹੈਰਾਨ, ਮੈਂ ਕਿ ਇਦਾਂ ਕਿਉਂ ਕਹਿੰਦਾ ਕਿ ਮੈਂ ਮਹਾਨ ਆ? ਫਿਰ ਕੀ ਹੋਇਆ ਜੇ ਮੇਰੇ ਹਸਬੈਂਡ ਦਾ ਕੰਮ ਨਹੀਂ ਚੱਲਿਆ ਜਾਂ ਉਹ ਥੋੜੇ ਬਿਮਾਰ ਚੱਲਦੇ ਪਏ ਨੇ, ਇਹਦੇ 'ਚ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਸੋ ਮੈਂ ਉਹਨੂੰ ਪੁੱਛਿਆ ਤੇ ਉਹ ਕਹਿੰਦਾ, ਭਾਬੀ ਤੁਹਾਨੂੰ ਪਤਾ ਵੀ ਹੈਗਾ ਕਿ ਤੁਹਾਡੇ ਹਸਬੈਂਡ ਕਰਦੇ ਕੀ ਹੈਗੇ? ਮੈਂ ਕਿਹਾ ਇਹਨਾਂ ਨੇ ਬਿਜ਼ਨਸ ਦੱਸਿਆ ਸੀ, 2-4 ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ, ਕੋਈ ਰਿਸਪੌਂਸ ਨਹੀਂ ਆਇਆ। ਹਾਂ,
ਬਿਜ਼ਨਸ ਲਾਸ ਜ਼ਿਆਦਾ ਹੁੰਦਾ ਹੈ, ਇਸ ਲਈ ਮੇਰੇ ਨਾਲ ਡਿਸਕਸ ਨਹੀਂ ਕਰਦੇ ਹੈਗੇ। ਕਹਿੰਦਾ ਇਹ ਕੋਈ ਬਿਜ਼ਨਸ ਨਹੀਂ ਕਰਦਾ ਬੱਬੂ, ਇਹ ਡਰੱਗਸ ਲੈਂਦਾ। ਜਦੋਂ ਉਹਨੇ ਡਰੱਗਸ ਦਾ ਨਾਮ ਲਿਆ, ਮੈਂ ਸੁਣ ਕੇ ਇੱਕਦਮ ਮਤਲਬ ਬਿਲੀਵ ਕਰੋ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੀ ਜ਼ਿੰਦਗੀ 'ਚ ਹੋ ਕੀ ਹੈ। 3 ਸਾਲ ਹੋ ਗਏ ਤੇ ਮੈਨੂੰ ਇਹ ਨਹੀਂ ਪਤਾ ਚੱਲਣ ਦਿੱਤਾ ਗਿਆ ਮੇਰੇ ਸਹੁਰਿਆਂ ਨੇ ਜਾਂ ਮੇਰੇ ਹਸਬੈਂਡ ਨੇ ਕਿ ਉਹ ਡਰੱਗਸ ਲੈਂਦੇ ਨੇ। ਉਹਨੇ ਨਾਲ ਇਹ ਵੀ ਐਡ ਕੀਤਾ ਕਿ ਜਿਹੜਾ ਡਰੱਗਸ ਸੀਗਾ ਇਹ ਇਹਨਾਂ ਨੇ ਹੁਣ ਨਹੀਂ ਸ਼ੁਰੂ ਕੀਤਾ ਵਿਆਹ ਤੋਂ ਬਾਅਦ, ਇਹ ਵਿਆਹ ਤੋਂ ਪਹਿਲੇ ਹੀ ਲੈਂਦੇ ਸੀਗੇ। ਸੋ ਉਹਨੇ ਮੇਰੇ ਮਾਪਿਆਂ ਨੂੰ ਵੀ ਇਹ ਗੱਲ ਦੱਸਤੀ ਫੋਨ ਕਰਕੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਉਹ ਕਾਮਨ ਰਿਸ਼ਤੇਦਾਰ ਸੀ ਮੇਰੇ ਸਹੁਰੇ ਤੇ ਪੇਕਿਆਂ ਦੇ ਵਿੱਚ। ਮੇਰੇ ਮਾਪਿਓ ਨੇ ਜਾ ਕੇ ਸਾਰੇ ਇਕੱਠ ਮਤਲਬ ਜੋ ਵੀ ਬਰਾਦਰੀ ਸੀਗੀ ਸਾਰਿਆਂ ਨੂੰ ਇਕੱਠਾ ਕੀਤਾ, ਉਹਨਾਂ ਨੂੰ ਬੁਲਾਇਆ। ਮੇਰੇ ਸਹੁਰੇ ਪਰਿਵਾਰ ਇਕੱਠਾ ਹੋਇਆ, ਮੇਰੇ ਪੇਕਿਆਂ 'ਚੋਂ ਮੇਰੇ ਦਾਦਕੇ ਨਾਨਕੇ ਮਾਮਾ ਜੀ ਚਾਚਾ ਜੀ ਸਾਰੇ ਵੱਡੇ ਪਰਿਵਾਰ ਦੇ ਇਕੱਠੇ ਹੋਏ ਤੇ ਉਹਨਾਂ ਨੇ ਇਹ ਹੀ ਕਿਹਾ ਬਹਿ ਕੇ ਕਿ ਇਹਨਾਂ ਨੇ ਧੋਖਾ ਕੀਤਾ ਹੈ, ਕੁੜੀ ਤੇ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਧੋਖਾ ਹੋਇਆ, ਇਸ ਲਈ ਹੁਣ ਇਸ ਬੰਦੇ ਨੂੰ ਛੱਡ ਦੇਣਾ ਚਾਹੀਦਾ, ਇਹਨੂੰ ਡਿਵੋਰਸ ਦੇ ਦੇ, ਕਿਉਂਕਿ ਜਿਹੜਾ ਡਰੱਗਸ ਦੀ ਲੱਤ ਹੈਗੀ ਇੱਕ ਵਾਰੀ ਲੱਗ ਜੇ ਛੁੱਟਦੀ ਨਹੀਂ ਹੈਗੀ। ਪਰ ਪਤਾ ਨਹੀਂ ਅੰਦਰੋਂ ਕਿੱਥੋਂ ਉਸ ਬੰਦੇ ਦੇ ਨਾਲ ਇੰਨਾ ਜ਼ਿਆਦਾ ਪਿਆਰ ਸੀ, ਕਿਉਂਕਿ ਮੇਰੇ ਬੱਚੇ ਦੀ ਮਾਂ ਸੀ, ਉਹ ਮੇਰੇ ਹਸਬੈਂਡ ਸੀਗੇ। ਮੈਨੂੰ ਫੇਰ ਲੱਗਿਆ ਕਿ ਨਹੀਂ, ਇੰਨੀ ਜਲਦੀ ਹਰਿੰਦਰ ਤੂੰ ਹਿੰਮਤ ਨਹੀਂ ਹਾਰ ਸਕਦੀ, ਮੈਂ ਮੌਕਾ ਦਾਂਗੀ। ਮੇਰੀ ਸਾਰੀ ਬਰਾਦਰੀ ਇੱਕ ਪਾਸੇ ਜਿਹੜੀ ਮੈਨੂੰ ਕਹਿੰਦੀ ਵੀ ਤੈਨੂੰ ਛੱਡ ਦੇ, ਤੇ ਮੈਂ ਇਕੱਲੀ ਇੱਕ ਪਾਸੇ ਡਿਸੀਜਨ ਲਿਆ ਕਿ ਨਹੀਂ, ਮੈਂ ਇਹਨੂੰ ਨਹੀਂ ਛੱਡਣਾ, ਮੈਂ ਜ਼ਿੰਦਗੀ ਦੇ ਵਿੱਚ ਇਹਦੇ ਨਾਲ ਹੀ ਅੱਗੇ ਵਧਾਂਗੀ। ਸੋ ਉਸੇ ਟਾਈਮ ਮੈਂ ਆਪਣੇ ਮਾਪੇ ਨੂੰ ਹੱਥ ਜੋੜ ਕੇ ਕਿਹਾ ਕਿ ਪਲੀਜ਼ ਮੈਨੂੰ ਜਿੱਥੇ ਤੁਸੀਂ ਰਹਿੰਦੇ ਹੋ ਲੁਧਿਆਣੇ, ਉੱਥੇ ਪਲੀਜ਼ ਤੁਸੀਂ ਇੱਕ ਘਰ ਕਿਰਾਏ ਤੇ ਲੱਭ ਦਿਓ ਤਾਂ ਕਿ ਮੈਂ ਇਹਨਾਂ ਦੇ ਨਾਲ ਉੱਥੇ ਸ਼ਿਫਟ ਕਰ ਲਵਾਂ, ਕਿਉਂਕਿ ਡਾਕਟਰ ਦੇ ਅਕੋਰਡਿੰਗ ਇਹ ਸੀਗਾ ਕਿ ਅਗਰ ਇਹਨਾਂ ਦੀ ਕੰਪਨੀ ਚੇਂਜ ਹੋ ਜਾਂਦੀ ਹੈ ਤੇ ਸ਼ਾਇਦ ਇਹਨਾਂ ਦੇ ਠੀਕ ਹੋਣ ਦੇ ਚਾਂਸ ਹੈਗੇ ਨੇ। ਫਾਈਨਲੀ ਘਰ ਰੈਂਟ ਤੇ ਉੱਥੇ ਲੱਭਿਆ ਗਿਆ। ਮੈਂ ਆਪਣੇ ਆਪ ਹੀ ਇੱਕ ਟਰੱਕ ਡਰਾਈਵਰ ਲੱਭਿਆ। ਅੱਧੀ ਰਾਤੀ ਅਸੀਂ ਉੱਥੋਂ 2 ਵਜੇ ਦੇ ਨੇੜੇ ਤੇੜੇ ਸਮਾਨ ਲੱਦਿਆ, ਸਮਾਨ ਸਾਰਾ ਟਰੱਕ ਦੇ ਉੱਤੇ ਲੱਦਿਆ ਗਿਆ। ਮੇਰੇ ਹਸਬੈਂਡ ਨੂੰ ਕੁਝ ਹੋਸ਼ ਨਹੀਂ ਹੈਗੀ। ਮੇਰੀ ਕਿਸਮਤ ਦੇਖੋ ਮਾੜੀ, ਮੇਰੇ ਸਹੁਰਿਆਂ 'ਚੋਂ ਕੋਈ ਨਹੀਂ ਆਇਆ, ਜਦਕਿ ਉਹਨਾਂ ਨੂੰ ਪਤਾ ਸੀ ਕਿ ਜ਼ਿੰਦਗੀ ਦੀ ਇਹ ਲੜਾਈ ਜਿਹੜੀ ਮੈਂ ਲੜਨ ਜਾ ਰਹੀ ਹਾਂ ਉਹਦੇ ਬੇਟੇ ਦੇ ਕਰਕੇ ਲੜਨ ਜਾ ਰਹੀ ਹਾਂ। ਕੋਈ ਨਹੀਂ ਆਇਆ ਸਪੋਰਟ ਕਰਨ ਲਈ। ਮੇਰੇ ਬੇਟੇ ਨੂੰ ਉਸ ਦਿਨ 102 ਬੁਖਾਰ ਸੀਗਾ ਤੇ ਉਹ ਜਿਹੜਾ ਡਰਾਈਵਰ ਸੀਗਾ ਟਰੱਕ ਵਾਲਾ, ਉਹਨੇ ਪੂਰੀ ਪੀਤੀ ਹੋਈ ਸੀ। ਮੈਂ ਉਹਦੇ ਨਾਲ ਟਰੱਕ ਦੇ ਵਿੱਚ ਬੈਠੀ ਆ, ਅੱਗੇ ਫਰੰਟ ਵਿੱਚ ਬੇਟਾ ਲੈ ਕੇ ਤੇ ਆਪਣਾ ਹਸਬੈਂਡ ਲੈ ਕੇ। ਫਾਈਨਲੀ ਬਾਬਾ ਜੀ ਦਾ ਨਾਮ ਲੈਂਦੇ ਲੈਂਦੇ ਸੀ ਅਗਲੇ ਦਿਨ ਸਵੇਰੇ ਸਵੇਰੇ ਲੁਧਿਆਣੇ ਪਹੁੰਚ ਗਏ। ਅੱਗੋਂ ਜੀ ਅਸੀਂ ਜਿੱਥੇ ਕਿਰਾਏ ਤੇ ਜਾਣਾ ਸੀ ਸਮਾਨ ਲਾਇਆ, ਸੈਟਲ ਕੀਤਾ। ਮੇਰੇ ਮਾਂ ਪਿਓ ਆਏ, ਉਹਨਾਂ ਨੇ ਅੱਗੋਂ 2-3 ਮਹੀਨੇ ਦਾ ਕਿਰਾਇਆ ਐਡਵਾਂਸ ਦਿੱਤਾ, ਮੇਰੇ ਘਰ ਰਾਸ਼ਨ ਪਵਾ ਕੇ ਦਿੱਤਾ। ਉਸ ਤੋਂ ਬਾਅਦ ਇਹਨਾਂ ਨੂੰ ਉੱਥੇ ਹੋਸ਼ ਆਉਂਦਾ ਹੈ ਘੱਟੋ ਘੱਟ 4-5 ਦਿਨ ਬਾਅਦ। ਹਾਲਤ ਇਹ ਸੀਗੀ ਕਿ ਇੰਨੀ ਜ਼ਿਆਦਾ ਇਹਨਾਂ ਦੀ ਹਾਲਤ ਖਰਾਬ ਹੁੰਦੀ ਸੀ ਕਿ ਬੈੱਡ ਤੇ ਸੁਸੂ ਪੋਟੀ ਕਰ ਦਿੰਦੇ ਸੀ, ਜਿੱਥੇ ਪਏ ਨੇ ਮੂੰਹ ਤੇ ਮੁੱਖੀਆਂ ਪੈਂਦੀਆਂ ਪਈਆਂ ਹੈਗੀਆਂ ਨੇ, ਜਾਂ ਇਹਨਾਂ ਨੂੰ ਕੁਝ ਨਹੀਂ ਪਤਾ ਸੀਗਾ। ਜ਼ਿੰਦਗੀ ਦੇ ਵਿੱਚ ਫਿਰ ਦੁਬਾਰਾ ਇੱਕ ਸਟਰਗਲ ਸ਼ੁਰੂ ਹੋਈ। ਨੇੜੇ ਹੀ ਗੁਰਦੁਆਰਾ ਸਾਹਿਬ ਸੀਗਾ, ਮੈਂ ਉੱਥੇ ਜਾਣਾ ਸ਼ੁਰੂ ਕੀਤਾ। ਸਵੇਰੇ 4 ਵਜੇ ਨੰਗੇ ਪੈਰ ਜਾਂਦੀ ਸੀ, ਬਾਬਾ ਜੀ ਦੇ ਅੱਗੇ ਨੱਕ ਰਗੜਦੀ ਸੀ ਕਿ ਬਾਬਾ ਜੀ ਬਹੁਤ ਭਰੋਸਾ ਤੁਹਾਡੇ, ਇਸ ਭਰੋਸੇ ਨੂੰ ਤੋੜਿਓ ਨਾ। ਬਾਬਾ ਜੀ ਨੇ ਬੜੀ ਕਿਰਪਾ ਕੀਤੀ ਜੀ। ਵੇਖਦੇ ਵੇਖਦੇ ਮੇਰੇ ਹਸਬੈਂਡ ਠੀਕ ਹੋ ਗਏ ਤੇ 6 ਮਹੀਨੇ ਦੇ ਵਿੱਚ ਵਿੱਚ ਜਿਹੜਾ ਸੀਗਾ ਸਾਡੀ ਜ਼ਿੰਦਗੀ ਨੇ ਬਹੁਤ ਜ਼ਿਆਦਾ ਇੱਕ ਪੋਜ਼ਿਟਿਵ ਮੂਡ ਦੇ ਉੱਤੇ ਸਾਨੂੰ ਲਿਆ ਕੇ ਖੜਾ ਕਰਤਾ। ਚੰਗਾ ਕਮਾਉਂਦੇ ਸੀ, ਗੱਡੀ ਇਹਨਾਂ ਨੇ ਲੈ ਲਈ ਸੀਗੀ, ਪੋਜੀਸ਼ਨ ਏਦਾਂ ਦੀ ਸੀਗੀ ਕਿ ਹੁਣ ਲੱਗਦਾ ਸੀ ਰੈਂਟ ਤੇ ਨਹੀਂ ਰਹਿਣਾ, ਆਪਣਾ ਮਕਾਨ ਲੈਣਾ। ਅਸੀਂ ਉਸ ਏਰੀਏ ਤੋਂ ਮਾਡਲ ਟਾਊਨ ਦੇ ਵਿੱਚ ਸ਼ਿਫਟ ਹੋ ਗਏ। ਇੱਕ ਬਹੁਤ ਪੌਸ਼ ਏਰੀਆ ਹੈਗਾ ਲੁਧਿਆਣੇ ਦਾ। ਜ਼ਿੰਦਗੀ ਬਹੁਤ ਅੱਛੀ ਚੱਲ ਰਹੀ ਸੀ। ਬੇਟੇ ਨੂੰ ਕਨਵੈਂਟ ਸਕੂਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਤੇ ਮੈਨੂੰ ਲੱਗਿਆ ਕਿ ਹੁਣ ਇਸ ਤੋਂ ਜ਼ਿਆਦਾ ਜ਼ਿੰਦਗੀ ਦੇ ਵਿੱਚ ਕੁਝ ਚਾਹੀਦਾ ਹੀ ਨਹੀਂ ਹੈਗਾ। ਸੋ ਕਰਦੇ ਕਰਦੇ ਡਿਸੀਜ਼ਨ ਇਹ ਲਿਆ ਗਿਆ ਕਿ ਚਲੋ ਹੁਣ ਥੋੜੀ ਸੈਟਲਮੈਂਟ ਹੁੰਦੀ ਵੀ ਇੱਕ ਮਕਾਨ ਲੈ ਲਿਆ ਜਾਏ, ਕਦੋਂ ਤੱਕ ਅਸੀਂ ਰੈਂਟ ਤੇ ਰੋਲਾਂਗੇ। ਮਕਾਨ ਦੇਖਿਆ, ਮਕਾਨ ਦੀ ਸਾਈ ਦਿੱਤੀ, ਬਿਆਨਾ ਦਿੱਤਾ, ਪਰ ਦੇਖੋ ਬੈਡ ਲੱਕ ਕੀ ਹੋਇਆ। ਸਾਈ ਬਿਆਨਾ ਦੇਣ ਤੋਂ ਬਾਅਦ ਜਦੋਂ ਅਸੀਂ ਬੈਂਕ ਲੋਨ ਕਰਵਾਉਣਾ ਸੀ ਉਸ ਘਰ ਦੇ ਲਈ, ਉਦੋਂ ਹੀ ਇਹਨਾਂ ਨੂੰ ਫਿਰ ਦੁਬਾਰਾ ਨਸ਼ੇ ਦੀ ਲੱਤ ਲੱਗ ਗਈ। ਜੋ ਉਹ 2 ਸਾਲ ਦੇ ਵਿੱਚ ਅਸੀਂ ਜ਼ਿੰਦਗੀ ਮੈਂ ਸਟਰਗਲ ਕੀਤੀ ਸੀ ਆਪਣੇ ਬੇਟੇ ਨੂੰ ਲੈ ਕੇ, ਜਾਂ ਇਹਨਾਂ ਨੇ ਉਹ ਦੁਬਾਰਾ ਜਿੱਥੋਂ ਜ਼ੀਰੋ ਤੋਂ ਸ਼ੁਰੂ ਸੀ ਹੌਲੀ ਹੌਲੀ ਉੱਪਰੋਂ ਤੋਂ ਥੱਲੇ ਆਣੀ ਸ਼ੁਰੂ ਹੋ ਗਈ। ਮੇਰੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ। ਮੈਨੂੰ ਸਮਝ ਨਹੀਂ ਆਉਂਦੀ ਪਈ ਸੀ ਕਿ ਮੈਂ ਕਰਾਂ ਕੀ, ਕਿਉਂਕਿ ਮੇਰੇ ਹੱਥੋਂ ਸਭ ਕੁਝ ਉੱਜੜਦਾ ਜਾ ਰਿਹਾ ਸੀ। ਘਰੋਂ ਕਦੀ ਗੈਸ ਚੁੱਕ ਕੇ ਵੇਚ ਦਿੰਦੇ ਸੀ, ਕਦੀ ਸਿਲੰਡਰ ਚੁੱਕ ਕੇ, ਆਟਾ ਤੱਕ ਘਰੋਂ ਚੁੱਕ ਕੇ ਵੇਚ ਦਿੰਦੇ ਸੀਗੀ ਤੇ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਪਾਉਂਦੀ ਸੀਗੀ, ਕਿਉਂਕਿ ਜਦੋਂ ਮੈਂ ਜੌਬ ਤੇ ਹੋਣਾ ਪਿੱਛੋਂ ਤਾਲਾ ਤੋੜ ਕੇ ਲੈ ਜਾਂਦੇ ਸੀ ਘਰ ਦਾ ਸਮਾਨ ਕੱਢ ਕੇ। ਉਸ ਤੋਂ ਬਾਅਦ ਇੱਕ ਦਿਨ ਏਦਾਂ ਹੋਇਆ ਜੀ, ਇਹ ਘਰ ਹੀ ਛੱਡ ਕੇ ਚਲੇ ਗਏ। ਪਤਾ ਹੀ ਨਹੀਂ ਚੱਲਿਆ ਕਿ ਕਿੱਥੇ ਛੱਡ ਕੇ ਚਲੇ ਗਏ ਨੇ ਤੇ 1 ਸਾਲ ਇਹ ਉੱਥੋਂ ਗਾਇਬ ਰਹਿੰਦੇ ਨੇ। ਮੈਂ ਕਿਰਾਏ ਤੇ, ਮੈਂ ਯੰਗ ਸੀਗੀ, ਮੇਰੀ ਬੇਟੀ ਵੀ ਮੇਰੀ ਜ਼ਿੰਦਗੀ 'ਚ ਉਦੋਂ ਆ ਚੁੱਕੀ ਹੋਈ ਸੀਗੀ।
ਮਾੜਾ ਦੇਖੋ ਕਿਸਮਤ ਦਾ, ਜਦੋਂ ਤੁਸੀਂ ਯੰਗ ਹੁੰਦੇ ਹੋ ਜਿਹੜੇ ਲੋਕੀ ਹੁੰਦੇ ਨੇ ਤੁਹਾਡੇ ਤੇ ਗਿੱਧ ਦੀ ਨਜ਼ਰ ਰੱਖਦੇ ਨੇ, ਉਹਨਾਂ ਨੂੰ ਲੱਗਦਾ ਇਹ ਤਾਂ ਕੱਲੀ ਹੈਗੀ, ਇਹਦੇ ਨਾਲ ਕੁਝ ਵੀ ਕਰ ਲਓ, ਇਹ ਤਾਂ ਸਾਰਿਆਂ ਦੀ ਸਾਂਝੀ ਪ੍ਰਾਪਰਟੀ ਹੈ। ਇਹ ਵਰਡ ਯੂਜ਼ ਕੀਤਾ ਜਾਂਦਾ ਹੈ ਇੱਕ ਸਿੰਗਲ ਲੇਡੀ ਲਈ ਜਿਹੜੀ ਕਿ ਆਪਣੇ ਬੱਚੇ ਆਪਣੇ ਦਮ ਤੇ ਪਾਲਣ ਦੀ ਕੋਸ਼ਿਸ਼ ਕਰਦੀ ਪਈ ਹੈ। ਦਿਲ ਤੇ ਬਹੁਤ ਵੱਡਾ ਪੱਥਰ ਲੱਗ ਕੇ ਕਦੀ ਮੈਂ ਇੱਧਰ ਕਿਰਾਏ ਤੇ ਰਹਿਣਾ, ਕਦੀ ਉਧਰੋਂ ਬਹੁਤ ਧੱਕੇ ਖਾਦੇ ਜ਼ਿੰਦਗੀ ਦੇ ਵਿੱਚ। ਉਧਰੋਂ ਮੇਰੇ ਸਹੁਰਾ ਸਾਹਿਬ ਨੇ ਦੇਖੋ ਕੀ ਚਾਲ ਚੱਲੀ, ਉਹਨਾਂ ਨੇ ਮੇਰੇ ਪਾਪਾ ਦੇ ਉੱਤੇ ਇੱਕ ਕੇਸ ਪਾਇਆ ਕਿ ਮੇਰੇ ਫਾਦਰ ਸਾਹਿਬ ਨੇ ਉਹਨਾਂ ਦੇ ਮੁੰਡੇ ਨੂੰ ਮਰਵਾ ਦਿੱਤਾ ਹੋਇਆ। ਥਾਣੇਦਾਰ ਸਾਡੇ ਘਰ ਫੋਨ ਆ ਕੇ ਕਰਦੇ ਨੇ, ਕਹਿੰਦੇ ਨੇ ਕਿ ਸਰਦਾਰ ਜੀ ਇਦਾਂ ਦਾ ਕਰਕੇ ਤੁਸੀਂ ਉਹਨਾਂ ਦੇ ਮੁੰਡੇ ਨੂੰ ਮਰਵਾ ਦਿੱਤਾ ਹੋਇਆ, ਅਸੀਂ ਜਾਣਨਾ ਚਾਹੁੰਦੇ ਸੱਚਾਈ ਕੀ ਹੈ। ਤੇ ਮੇਰੇ ਫਾਦਰ ਸਾਹਿਬ ਅੱਖਾਂ ਭਰ ਕੇ ਕਹਿੰਦੇ ਜੀ ਸਾਡੀ ਕੁੜੀ ਤਾਂ ਆਪ ਧੱਕੇ ਖਾਂਦੀ ਪਈ, ਇਹਨਾਂ ਨੇ ਇੱਕ ਨਸ਼ੇੜੀ ਨਾਲ ਸਾਡੀ ਕੁੜੀ ਦਾ ਵਿਆਹ ਕਰ ਦਿੱਤਾ ਹੈਗਾ, ਇਹਨਾਂ ਨੇ ਸਾਨੂੰ ਧੋਖਾ ਦਿੱਤਾ ਹੈਗਾ। ਸੋ ਥਾਣੇਦਾਰ ਸਾਹਿਬ ਨੂੰ ਸਾਰੀ ਗੱਲ ਸਮਝ ਆ ਗਈ, ਉਹਨੇ ਹੱਥ ਜੋੜ ਕੇ ਮੇਰੇ ਫਾਦਰ ਸਾਹਿਬ ਕੋਲ ਮਾਫੀ ਮੰਗੀ ਕਿ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੀ ਫੋਨ ਨਹੀਂ ਕਰਾਂਗਾ ਸਰਦਾਰ ਜੀ। ਸਾਲ ਬਾਅਦ ਸਾਨੂੰ ਅਚਾਨਕ ਹੀ ਅੰਮ੍ਰਿਤਸਰ ਤੋਂ ਇੱਕ ਫੋਨ ਆਉਂਦਾ, ਇੱਕ ਬਾਬਾ ਜੀ ਜਿਹੜੇ ਅੰਮ੍ਰਿਤਸਰ ਦੇ ਬਹੁਤ ਮੰਨੇ ਪਰਮੰਨੇ ਨੇ, ਸੌਰੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹਾਂਗੀ, ਉਹਨਾਂ ਦਾ ਫੋਨ ਆਉਂਦਾ ਕਿ ਅਮਰਜੀਤ ਸਿੰਘ ਜੀ ਉਹਨਾਂ ਦੇ ਕੋਲ ਸੀਗੇ, ਸਾਲ ਹੋ ਗਿਆ ਸੇਵਾ ਕਰਦੇ ਰਹੇ ਨੇ, ਹੁਣ ਠੀਕ ਹੋ ਗਏ ਨੇ, ਬੈਂਕ ਦੇ ਵਿੱਚ ਅੱਛੀ ਜੌਬ ਕਰਦੇ ਪਏ ਨੇ, ਪਰ ਇਹ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਬਹੁਤ ਯਾਦ ਕਰ ਰਿਹਾ ਹੈਗਾ ਤੇ ਇਸ ਲਈ ਅਸੀਂ ਚਾਹੁੰਦੇ ਕਿ ਇਸ ਪਰਿਵਾਰ ਨੂੰ ਫਿਰ ਤੋਂ ਜੋੜ ਦਿੱਤਾ ਜਾਏ। ਤੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਇੱਕ ਵਾਰੀ ਇਦਾਂ ਹੋ ਗਿਆ, ਅਸੀਂ ਬਾਰ-ਬਾਰ ਇਦਾਂ ਨਹੀਂ ਕਰ ਸਕਦੇ, ਪਰ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਇੱਕ ਵਾਰੀ ਭਰੋਸਾ ਰੱਖੋ ਪਲੀਜ਼, ਸਭ ਕੁਝ ਜ਼ਿੰਦਗੀ 'ਚ ਠੀਕ ਹੋ ਜਾਏਗਾ। ਮੇਰੇ ਮੰਮੀ ਡੈਡੀ ਨੇ ਮੇਰੇ ਕੋਲੋਂ ਪੁੱਛਿਆ, ਫਿਰ ਦੁਬਾਰਾ ਸਲਾਹ ਮਸ਼ਵਰਾ ਹੋਇਆ, ਫਾਈਨਲੀ ਉਹਨਾਂ ਨੂੰ ਇਹ ਲੱਗਿਆ ਕਿ ਦੋ ਬੱਚਿਆਂ ਨਾਲ ਧੱਕੇ ਖਾਂਦੀ ਪਈ ਹੈਗੀ, ਚਲੋ ਬੈਟਰ ਹੈ ਅਗਰ ਪਰਿਵਾਰ ਵਸਦਾ ਹੈ ਵਸ ਲੈ, ਕਿਉਂਕਿ ਉਹਨਾਂ ਮਹਾਂਪੁਰਖਾਂ ਨੇ ਇਸ ਗੱਲ ਦਾ ਵਚਨ ਦਿੱਤਾ ਸੀਗਾ ਕਿ ਇਸ ਵਾਰੀ ਉਹ ਗਾਰੰਟੀ ਲੈਂਦੇ ਪਏ ਹੈਗੇ ਨੇ। ਸੋ ਉਸ ਗਾਰੰਟੀ ਦੇ ਬੇਸ ਤੇ ਮੈਂ ਦੁਬਾਰਾ ਫਿਰ ਆਪਣਾ ਸਮਾਨ ਚੁੱਕ ਕੇ ਦੋਨਾਂ ਬੱਚਿਆਂ ਦੇ ਨਾਲ ਇਹਨਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਰੈਂਟ ਤੇ ਸ਼ਿਫਟ ਹੋ ਗਏ। ਇਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਇਸ ਵਾਰੀ ਅਗਰ ਤੁਸੀਂ ਅੰਮ੍ਰਿਤਸਰ ਮੇਰੇ ਕੋਲ ਛੁਡਵਾਇਆ ਤੇ ਮੈਂ ਤੁਹਾਨੂੰ ਛੱਡ ਦੇਣਾ ਹੈਗਾ। ਇਹ ਸ਼ਰਤਾਂ ਰੱਖ ਕੇ ਮੈਂ ਇਹਨਾਂ ਦੇ ਨਾਲ ਅੰਮ੍ਰਿਤਸਰ ਆਈ, ਬੜੀ ਸੇਵਾ ਕੀਤੀ ਦਰਬਾਰ ਸਾਹਿਬ ਜਾ ਕੇ, ਬਹੁਤ ਭਾਂਡੇ ਮਾਂਜੇ ਦੇ, ਅੱਧੀ ਰਾਤੀ ਜਾ ਕੇ ਅਸੀਂ ਸੇਵਾ ਕਰਨੀ। ਬਾਬਾ ਜੀ ਦੀ ਫਿਰ ਕਿਰਪਾ ਹੋਈ, ਜ਼ਿੰਦਗੀ 'ਚ ਫਿਰ ਬਹਾਰਾਂ ਆਣੀਆਂ ਸ਼ੁਰੂ ਹੋ ਗਈਆਂ। ਤੇ ਇੱਕ ਦਿਨ ਐਸਾ ਆਇਆ ਕਿ ਜਦੋਂ ਮੈਂ ਦਰਬਾਰ ਸਾਹਿਬ ਤੋਂ ਸਿਰਫ 1.5 ਮਿੰਟ ਦੇ ਪੈਦਲ ਰਸਤਾ ਸੀ ਕਾਂਗੇ, ਉੱਥੇ ਮੈਂ ਆਪਣੀ ਕੋਠੀ ਲਈ, ਮੇਰੇ ਸੁਪਨਿਆਂ ਦਾ ਘਰ ਸੀਗਾ, 3 ਮੰਜ਼ਲੀ ਕੋਠੀ ਲਈ ਬੈਂਕ ਤੋਂ ਲੋਨ ਲਿਆ, ਜ਼ਿੰਦਗੀ ਬਹੁਤ ਵਧੀਆ ਚੱਲਦੀ ਸੀ, ਬਾਬਾ ਜੀ ਦੀ ਬਹੁਤ ਮਿਹਰ ਹੋ ਗਈ ਸੀ। ਪਰ ਜ਼ਿੰਦਗੀ ਉਨੀ ਆਸਾਨ ਨਹੀਂ ਸੀ। ਹੌਲੀ ਹੌਲੀ ਜ਼ਿੰਦਗੀ 'ਚ ਫਿਰ ਦੁਬਾਰਾ ਡਰੱਗਸ ਨੇ ਆਉਣਾ ਸ਼ੁਰੂ ਕੀਤਾ ਤੇ ਮੇਰੀ ਜ਼ਿੰਦਗੀ ਦੇ ਕਾਲੇ ਅੱਖਰ ਜਿਹੜੇ ਸੀਗੇ ਜਾਂ ਕਾਲੇ ਬਾਦਲ ਮੇਰੀ ਜ਼ਿੰਦਗੀ ਦੇ ਉੱਪਰ ਫਿਰ ਦੁਬਾਰਾ ਛਾਣੇ ਸ਼ੁਰੂ ਹੋ ਗਏ। ਸੋ ਇੱਕ ਟਾਈਮ ਇੱਦਾਂ ਦਾ ਵੀ ਆਇਆ ਜਦੋਂ ਇਹਨਾਂ ਦੇ ਇੱਕ ਦੋਸਤ ਨੇ ਇਹਨਾਂ ਦੇ ਸਾਹਮਣੇ ਹੀ ਮੇਰੇ ਨਾਲ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਪਲ ਮੇਰੇ ਲਈ ਇੱਦਾਂ ਦਾ ਹੋ ਗਿਆ ਸੀਗਾ ਕਿ ਸ਼ਾਇਦ ਮੈਨੂੰ ਜ਼ਮੀਨ ਫਟ ਜੇ ਤੇ ਮੈਂ ਉਹਦੇ ਵਿੱਚ ਆ ਕੇ ਮਰ ਜਾਵਾਂ, ਮੇਰੇ ਲਈ ਉਹ ਸੀਨ ਹੋ ਗਿਆ ਸੀਗਾ। ਪਰ ਨਹੀਂ, ਹਰਿੰਦਰ, ਹਰੀ ਪਲੱਸ ਇੰਦਰ, ਦੋ ਭਗਵਾਨ ਦਾ ਨਾਮ ਸੀਗਾ ਮੇਰੇ ਨਾਮ ਦੇ ਵਿੱਚ। ਮੈਂ ਕਿੱਦਾਂ ਹਿੰਮਤ ਹਾਰ ਜਾਂਦੀ, ਕੋਸ਼ਿਸ਼ ਕੀਤੀ ਸੁਸਾਈਡ ਕਰਨ ਦੀ ਪਰ ਨਹੀਂ ਹੋਇਆ, 2 ਬੱਚੇ ਸੀਗੇ। ਫਾਈਨਲੀ ਘਰ ਵਿਕਿਆ, ਅਸੀਂ ਸੜਕ ਤੇ ਆ ਗਏ, ਮੈਂ ਇਹਨਾਂ ਨੂੰ ਛੱਡਤਾ ਤੇ ਜਿਹੜੇ ਸਕੂਲ 'ਚ ਉਦੋਂ ਮੈਂ ਜੌਬ ਕਰਦੀ ਸੀ ਉੱਥੇ ਬੋਰਡਿੰਗ ਵੀ ਸੀਗਾ, ਮੈਂ ਉੱਥੇ ਹੀ ਦੋਨਾਂ ਬੱਚਿਆਂ ਨੂੰ ਲੈ ਕੇ ਸ਼ਿਫਟ ਕਰ ਲਿਆ। 2 ਬੈਗ ਚੁੱਕੇ ਜਿਹਦੇ 'ਚ ਸਾਡੇ ਤਿੰਨਾਂ ਦੇ ਕੱਪੜੇ ਸੀਗੇ, 2000 ਨਗਦ ਮੇਰੇ ਕੋਲ ਸੀਗਾ, ਜਦੋਂ ਮੈਂ ਡਿਸੀਜ਼ਨ ਲਿਆ ਕਿ ਮੈਂ ਇਸ ਬੰਦੇ ਨੂੰ ਛੱਡ ਕੇ ਹੁਣ ਆਪਣੀ ਜ਼ਿੰਦਗੀ ਬੱਚਿਆਂ ਦੇ ਨਾਲ ਸ਼ੁਰੂ ਕਰਨੀ ਹੈਗੀ। ਸੋ ਫਾਈਨਲੀ ਮੈਂ ਚਲੀ ਗਈ ਜੀ ਉਸ ਸਕੂਲ ਦੇ ਵਿੱਚ। ਕਰਦੇ ਕਰਦੇ ਉੱਥੋਂ ਦੀ ਮੇਰੀ ਜਿਹੜੀ ਲਾਈਫ ਦੀ ਸਟਰਗਲ ਹੈ ਸ਼ੁਰੂ ਹੋਈ। ਜੌਬ ਸਰਚ ਕਰਨੀਆਂ ਸ਼ੁਰੂ ਕੀਤੀਆਂ, ਵੇਖਦੇ 6 ਮਹੀਨੇ ਦੇ ਵਿੱਚ ਮੈਨੂੰ ਡਲਹੌਜ਼ੀ ਦੇ ਇੱਕ ਬਹੁਤ ਵੱਡੇ ਬੋਰਡਿੰਗ ਸਕੂਲ ਦੇ ਵਿੱਚ ਜੌਬ ਮਿਲ ਗਈ। ਸੈਲਰੀ ਵੀ ਵਧੀਆ ਸੀਗੀ, ਜ਼ਿੰਦਗੀ ਫਿਰ ਦੁਬਾਰਾ ਬੱਚਿਆਂ ਦੇ ਨਾਲ ਬਹੁਤ ਸੋਹਣੀ ਚੱਲਣੀ ਸ਼ੁਰੂ ਹੋ ਗਈ। ਇੱਕ ਦਿਨ ਉੱਥੇ ਰਹਿੰਦੇ 3 ਸਾਲ ਹੋ ਗਏ ਸੀ ਜਦੋਂ ਮੈਂ ਉੱਥੇ ਜੌਬ ਕਰ ਰਹੀ ਸੀ, ਇਹਨਾਂ ਦਾ ਫੋਨ ਆਉਂਦਾ ਰਾਤੀ 2 ਵਜੇ ਮੈਨੂੰ। ਸ਼ਾਇਦ ਉਸ ਬੰਦੇ ਨੂੰ ਡਰੱਗਸ ਲਈ ਕਿਤੋਂ ਪੈਸੇ ਨਹੀਂ ਮਿਲੇ ਸੀਗੇ। ਇਸ ਬੰਦੇ ਨੇ ਮੈਨੂੰ ਫੋਨ ਕੀਤਾ, ਮੈਨੂੰ ਵੀ ਲੱਗਿਆ ਕਿ ਸ਼ਾਇਦ 3 ਸਾਲ ਹੋ ਗਏ ਨੇ, ਹੁਣ ਫੋਨ ਕੀਤਾ ਬੰਦਾ ਬਦਲ ਗਿਆ ਹੋਏਗਾ, ਸ਼ਾਇਦ ਰਿਅਲਾਈਜ਼ ਕਰਦਾ ਹੋਏਗਾ ਆਪਣੀ ਗਲਤੀਆਂ ਨੂੰ। ਮੈਂ ਫੋਨ ਚੁੱਕਿਆ, ਇਸ ਬੰਦੇ ਨੇ ਨਾਲ ਦੀ ਨਾਲ ਮੈਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਤਾ ਨਹੀਂ ਇਸ ਬੰਦੇ ਨੇ ਕੀ ਬੋਲਿਆ। ਸਭ ਨਾਲ ਮਾੜੀ ਗੱਲ ਜੋ ਇਹਨੇ ਮੈਨੂੰ ਕਹੀ ਸੀਗੀ ਉਹ ਇਹ ਹੈਗੀ ਸੀ ਕਿ ਇਹਨੇ ਮੇਰੇ ਕਰੈਕਟਰ ਦੇ ਉੱਪਰ ਉਂਗਲੀ ਚੁੱਕੀ ਸੀ, ਜਿਹੜੀ ਮੇਰੇ ਤੋਂ ਬਰਦਾਸ਼ਤ ਤੋਂ ਬਾਹਰ ਸੀ। ਮੇਰੇ ਕੋਲ ਉਹ ਗੱਲ ਬਰਦਾਸ਼ਤ ਨਹੀਂ ਹੋਈ। ਮੇਰੇ ਕੋਲ ਸਕੂਲ ਦੀ ਫਸਟ ਏਡ ਕਿੱਟ ਪਈ ਹੁੰਦੀ ਸੀ ਜਿਹਦੇ 'ਚੋਂ ਮੈਂ ਉਸੇ ਟਾਈਮ 60-70 ਗੋਲੀਆਂ ਕੱਢੀਆਂ ਤੇ ਮੈਂ ਖਾ ਲਈਆਂ। ਸਵੇਰੇ ਮੇਰੇ ਘਰ ਮੇਡ ਆਉਂਦੀ ਹੈ ਤੇ ਮੇਰੇ ਮੂੰਹ ਦੇ ਵਿੱਚੋਂ ਝੱਗ ਨਿਕਲਦੀ ਪਈ ਸੀ ਤੇ ਮੈਂ ਮਰਨ ਵਾਲੀ ਕੰਡੀਸ਼ਨ ਦੇ ਵਿੱਚ ਸੀਗੀ। ਜਦੋਂ ਉਹਨੇ ਫਟਾਫਟ ਸਕੂਲ ਦੇ ਮੈਨੇਜਮੈਂਟ ਨੂੰ ਇਨਫੋਰਮ ਕੀਤਾ ਤੇ ਮੈਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਹਸਪੀਟਲ ਲੈ ਕੇ ਗਏ ਤੇ ਫਟਾਫਟ ਮੇਰਾ ਟ੍ਰੀਟਮੈਂਟ ਕਰਕੇ ਮੇਰੇ ਅੰਦਰੋਂ ਜ਼ਹਿਰ ਕੱਢੀ ਗਈ। ਪਰ ਇਹਦੇ ਨਾਲ ਨੈਗੇਟਿਵ ਕੀ ਹੋਇਆ ਕਿ ਮੈਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ।
ਮਤਲਬ ਮੇਰੀ ਗਲਤੀ ਦੀ ਸਜ਼ਾ ਇਹ ਮੈਨੂੰ ਮਿਲੀ ਕਿ ਮੈਨੂੰ ਐਡੇ ਵੱਡੇ ਸਕੂਲ ਦੇ ਵਿੱਚੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਮੈਂ ਸਮਾਨ ਚੁੱਕ ਕੇ ਆਪਣੇ ਮਾਪਿਓ ਦੇ ਘਰ ਆ ਗਈ। ਮਾਪਿਓ ਦੇ ਘਰ ਕੀ ਆਈ, ਦੇਖੋ ਮੇਰੀ ਜ਼ਿੰਦਗੀ ਫਿਰ ਅੱਗੋਂ ਭਰਜਾਈਆਂ ਸੀਗੀਆਂ, ਕਿੰਨੀ ਦੇਰ ਤੁਸੀਂ 2 ਬੱਚਿਆਂ ਨਾਲ ਉੱਥੇ ਰਹਿ ਲੋਗੇ, ਜਦਕਿ ਉਹਨਾਂ ਦਾ ਕੋਆਪਰੇਸ਼ਨ ਪੂਰਾ ਸੀਗਾ, ਪਰ ਫਿਰ ਵੀ ਤੁਸੀਂ ਉੱਥੇ ਪਰਮਾਨੈਂਟ ਨਹੀਂ ਰਹਿ ਸਕਦੇ ਹੈਗੇ। ਸੋ ਮੈਂ ਉੱਥੋਂ ਦੀ ਫਿਰ ਦੁਬਾਰਾ ਜੌਬ ਸਰਚ ਕੀਤੀ ਤੇ ਬਾਬਾ ਦੀ ਏਡੀ ਕਿਰਪਾ ਹੋਈ ਕਿ ਮੈਨੂੰ ਉਦੈਪੁਰ ਇੱਕ ਪ੍ਰੋਮੋਸ਼ਨ ਦੇ ਤੌਰ ਤੇ ਜੌਬ ਮਿਲੀ ਰਾਜਸਥਾਨ ਵਿੱਚ, ਤੇ ਰਾਜਸਥਾਨ ਤੋਂ ਪ੍ਰਮੋਟ ਹੋ ਕੇ ਅੱਜ ਮੈਂ ਬੰਗਲੌਰ ਦੇ ਇੱਕ ਬਹੁਤ ਵੱਡੇ ਸਕੂਲ ਦੇ ਵਿੱਚ ਸੈਟਲ ਆ ਤੇ ਮੇਰਾ ਇੱਕ ਨਾਮ ਹੈ, ਇੱਕ ਇੱਜ਼ਤ ਹੈਗੀ ਹੈ ਸਮਾਜ ਦੇ ਵਿੱਚ। ਮੇਰਾ ਬੇਟਾ ਜਦੋਂ ਮੈਂ ਸੈਪਰੇਟ ਹੋਈ ਸੀ ਉਦੋਂ ਗ੍ਰੇਡ 1 ਸੀਗਾ, ਅੱਜ ਉਹ ਗ੍ਰੇਡ 12 ਹੈ। ਮੇਰੇ ਤੋਂ ਐਡਾ ਉੱਚਾ ਹੈਗਾ ਮੇਰਾ ਬੇਟਾ, ਮੈਨੂੰ ਇਦਾਂ ਨਜ਼ਰ ਕਰਕੇ ਦੇਖਦੀ ਆ ਤੇ ਉਹ ਮੈਨੂੰ ਕਹਿੰਦਾ ਮੰਮਾ ਆਈ ਫੀਲ ਪ੍ਰਾਊਡ ਔਨ ਯੂ, ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ ਕਿ ਤੁਸੀਂ ਹਿੰਮਤ ਕਰਕੇ ਜ਼ਿੰਦਗੀ ਦੇ ਮੈਦਾਨ ਦੇ ਵਿੱਚ ਅੜੇ ਰਹੇ ਤੇ ਅੱਜ ਸਾਨੂੰ ਇਸ ਮੁਕਾਮ ਤੇ ਪਹੁੰਚਾ ਦਿੱਤਾ ਹੈਗਾ। ਸੋ ਕਹਿਣ ਦਾ ਭਾਵ ਇਹ ਹੈਗਾ, ਇੱਥੇ ਇੱਕ ਸਟੋਰੀ ਮੈਂ ਤੁਹਾਡੇ ਨਾਲ ਪਹਿਲੇ ਸ਼ੇਅਰ ਕਰਨਾ ਚਾਹੂੰਗੀ। ਜਿੱਦਾਂ ਕਿ ਤੁਹਾਨੂੰ ਪਤਾ ਹਿਰਨ ਦੀ ਸਪੀਡ ਹੁੰਦੀ ਹੈ 100 ਕਿਲੋਮੀਟਰ ਪਰ ਘੰਟਾ ਤੇ ਇੱਕ ਸ਼ੇਰ ਦੀ ਜਿਹੜੀ ਸਪੀਡ ਹੁੰਦੀ ਜੇ ਉਹ ਹੁੰਦੀ ਹੈ 50 ਕਿਲੋਮੀਟਰ ਪਰ ਘੰਟਾ, ਮਤਲਬ ਸ਼ੇਰ ਦੀ ਸਪੀਡ ਹਿਰਨ ਨਾਲੋਂ ਅੱਧੀ ਹੁੰਦੀ ਹੈਗੀ ਹੈ। ਪਰ ਹੁਣ ਸ਼ੇਰ ਜਿਹੜਾ ਹੈਗਾ ਹਮੇਸ਼ਾ ਹਿਰਨ ਦੇ ਉੱਤੇ ਹਾਵੀ ਹੋ ਜਾਂਦਾ ਹੈ, ਉਹਦੇ ਪਿੱਛੇ ਭੱਜਦਾ ਹੈ, ਉਹਦੇ ਝਪੱਟਾ ਮਾਰਦਾ, ਉਹਨੂੰ ਖਾ ਜਾਂਦਾ ਹੈਗਾ। ਹਿਰਨ ਦੀ ਸਪੀਡ ਡਬਲ ਹੈ, ਸਰੀਰ 'ਚ ਵੀ ਅੱਧਾ ਹੈ, ਫਿਰ ਸ਼ੇਰ ਉਹਨੂੰ ਕਿੱਦਾਂ ਫੜ ਲੈਂਦਾ ਹੈ? ਇਦਾਂ ਦਾ ਕੀ ਰੀਜ਼ਨ ਹੈ ਕਿ ਜਿਹੜਾ ਹਿਰਨ ਹੈ ਹਮੇਸ਼ਾ ਉਹਦੇ ਸ਼ੇਰ ਦਾ ਸ਼ਿਕਾਰ ਹੋ ਜਾਂਦਾ ਹੈ? ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਜਿਹੜਾ ਹਿਰਨ ਹੈਗਾ ਉਹ ਜਿਹੜਾ ਹੈ ਉਹਦੇ ਮਨ ਦੇ ਵਿੱਚ ਡਰ ਹੈਗਾ, ਉਹ ਬਾਰ-ਬਾਰ ਇਦਾਂ ਪਿੱਛੇ ਮੁੜ ਕੇ ਦੇਖ, ਮੇਰੇ ਪਿੱਛੇ ਸ਼ੇਰ ਆਉਂਦਾ ਪਿਆ, ਮੈਨੂੰ ਖਾ ਜਾਏਗਾ, ਉਹਦੇ ਮਨ 'ਚ ਡਰ ਹੁੰਦਾ ਹੈ। ਇਹ ਜਿਹੜਾ ਡਰ ਹੁੰਦਾ ਨਾ, ਇਹ ਡਰ ਉਹਨੂੰ ਅੱਗੇ ਨਹੀਂ ਵਧਣ ਦਿੰਦਾ ਹੈਗਾ। ਇਸ ਡਰ ਦੇ ਕਰਕੇ ਅਖੀਰ 'ਚ ਉਹਦੇ ਪੰਜਿਆਂ ਦੇ ਵਿੱਚ ਆ ਜਾਂਦਾ ਹੈ ਤੇ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਮੇਰੀ ਜ਼ਿੰਦਗੀ 'ਚ ਇਦਾਂ ਦੇ ਬੜੀ ਵਾਰੀ ਮੁਕਾਮ ਆਏ ਜਦੋਂ ਮੈਂ ਆਪਣੇ ਆਪ ਨੂੰ ਉਸ ਹਿਰਨ ਦੀ ਤਰ੍ਹਾਂ ਫੀਲ ਕੀਤਾ ਸੀਗਾ। ਮੈਂ ਸ਼ੇਰ ਦੇ ਪੰਜਿਆਂ ਦੇ ਵਿੱਚ ਸੀਗੀ, ਪਰ ਮੈਂ ਹਿੰਮਤ ਨਹੀਂ ਹਾਰੀ। ਉਸ ਰੱਬ ਦੇ ਉੱਤੇ ਉਹਦੀ ਬਹੁਤ ਭਰੋਸਾ ਸੀਗਾ ਮੈਨੂੰ। ਮੈਂ ਲੜੀ, ਇਸ ਸਮਾਜ ਨਾਲ ਲੜੀ। ਕੱਲੀ ਮਾਂ ਹੋਣਾ ਪੰਜਾਬ ਦੇ ਵਿੱਚ ਆਸਾਨ ਨਹੀਂ ਹੈਗਾ, ਇਸ ਲਈ ਡਿਸੀਜ਼ਨ ਲਿਆ ਕਿ ਮੈਂ ਹੁਣ ਪੰਜਾਬ ਦੇ ਵਿੱਚ ਜੌਬ ਨਹੀਂ ਕਰਨੀ। ਆਪਣੇ ਸਿਰ ਤੇ ਪੰਜਾਬ ਛੱਡ ਕੇ ਅੱਜ ਮੈਂ ਐਡੇ ਵੱਡੇ ਸ਼ਹਿਰ ਦੇ ਵਿੱਚ ਆ ਗਈ, ਪਰ ਮੈਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ, ਮੈਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਸੋ ਮੈਂ ਉਹਨਾਂ ਸਾਰੀਆਂ ਮਾਵਾਂ ਭੈਣਾਂ ਧੀਆਂ ਨੂੰ ਹੁਣ ਤਾਕੀਦ ਕਰਨਾ ਚਾਹੂੰਗੀ ਕਿ ਜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਰੱਬ ਨਾ ਕਰੇ ਇੱਕ ਨਸ਼ੇੜੀ ਹਮਸਫਰ ਮਿਲ ਜਾਂਦਾ ਹੈਗਾ ਤੇ ਤੁਸੀਂ ਉਸ ਹਮਸਫਰ ਨੂੰ ਹਮੇਸ਼ਾ ਲਈ ਆਪਣਾ ਨਾ ਬਣਾ ਕੇ ਰੱਖੋ। ਕੋਸ਼ਿਸ਼ ਕਰੋ ਜਿੱਥੋਂ ਤੱਕ ਤੁਸੀਂ ਉਹਦੇ ਨਾਲ ਨਿਭਾ ਸਕਦੇ ਹੋ। ਮੈਂ 10 ਸਾਲ ਕੱਟੇ ਉਸ ਬੰਦੇ ਦੇ ਨਾਲ, 10 ਸਾਲ ਕੱਟੇ। 10 ਸਾਲ ਦੇ ਵਿੱਚ ਉਹਨਾਂ ਨੂੰ ਇੱਦਾਂ ਦਾ ਜਗ੍ਹਾ ਤੇ ਵੀ ਦਾਖਲ ਕਰਵਾਇਆ, ਇੱਦਾਂ ਦੇ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਵੀ ਲੈ ਕੇ ਗਈ ਜਿੱਥੇ ਲੇਡੀਜ਼ ਜਾਂਦੀਆਂ ਨਹੀਂ, ਪਰ ਮੈਂ ਸਭ ਕੁਝ ਕੀਤਾ ਆਪਣੇ ਦਮ ਤੇ। ਜੇ ਉਸ ਬੰਦੇ ਨੇ ਨਹੀਂ ਬਦਲਣਾ ਸੀ, ਉਹਦੇ 'ਚ ਨਹੀਂ ਵਿਲ ਪਾਵਰ ਸੀ, ਉਹ ਨਹੀਂ ਬਦਲ ਪਾਇਆ, ਪਰ ਮੈਂ ਸਟਰੋਂਗ ਸੀਗੀ, ਮੈਂ ਹਿੰਮਤ ਨਹੀਂ ਹਾਰੀ। ਇਸ ਲਈ ਭੈਣੋ, ਆਪਣੇ ਆਪ ਲਈ ਡਿਸੀਜ਼ਨ ਲੈਣਾ ਸਿੱਖੋ। ਉਥੋਂ ਅਰਥੀ ਨਿਕਲਣੀ ਹੈ ਸਹੁਰੇ ਘਰ 'ਚੋਂ, ਪਰ ਜੇ ਸਹੁਰਾ ਘਰ ਇਸ ਕਾਬਿਲ ਨਹੀਂ ਹੈਗਾ ਤੇ ਉਹਨੂੰ ਛੱਡਣ ਤੋਂ ਪਹਿਲੇ ਨਾ ਸੋਚੋ। ਹੁਣ ਮੈਂ ਉਹਨਾਂ ਮਾਪਿਓ ਨੂੰ ਇਹ ਕਹਿਣਾ ਚਾਹੂੰਗੀ ਕਿ ਕੁੜੀਆਂ ਨੂੰ ਕਦੀ ਕਮਜ਼ੋਰ ਨਾ ਸਮਝੋ, ਉਹਨਾਂ ਨੂੰ ਹਮੇਸ਼ਾ ਇੱਕ ਆਪਣੇ ਆਪ ਦੇ ਵਿੱਚ ਹੌਸਲਾ ਰੱਖਣ ਦੀ ਹਿੰਮਤ ਦਿਓ। ਉਹਨਾਂ ਨੂੰ ਹਮੇਸ਼ਾ ਤੁਸੀਂ ਪੜ੍ਹਾਓ, ਲਿਖਾਓ, ਜ਼ਿੰਦਗੀ ਦੇ ਵਿੱਚ ਸੈਟਲ ਕਰੋ, ਉਹਨਾਂ ਨੂੰ ਇੰਡੀਪੈਂਡੈਂਟ ਬਣਾਓ। ਤੀਜੀ, ਇਹ ਹੁਣ ਮੇਰੀ ਉਹਨਾਂ ਮਾਪਿਓ ਲਈ ਇੱਕ ਬੇਨਤੀ ਹੈਗੀ ਹੈ ਜਿਨ੍ਹਾਂ ਦੇ ਬੱਚੇ ਵਿਆਹ ਤੋਂ ਪਹਿਲੇ ਡਰੱਗਸ ਲੈਂਦੇ ਨੇ। ਪਲੀਜ਼ ਇਹ ਸੋਚ ਕੇ ਵਿਆਹ ਨਾ ਕਰਿਓ ਕਿ ਵਿਆਹ ਹੋਏਗਾ, ਮੁੰਡਾ ਵਿਆਹ ਤੋਂ ਬਾਅਦ ਬਦਲ ਜਾਏਗਾ, ਇਹਦੀ ਜ਼ਿੰਦਗੀ ਆਪਣੇ ਆਪ ਹੀ ਸੈੱਟ। ਇਹ ਸੋਚ ਦਿਮਾਗ ਦੇ ਵਿੱਚੋਂ ਕੱਢ ਦਿਓ, ਕਿਉਂਕਿ ਤੁਹਾਡੀ ਇਸ ਘਟੀਆ ਸੋਚ ਦੇ ਕਰਕੇ ਮੇਰੇ ਵਰਗੀ ਕਈ ਕੁੜੀਆਂ ਜਿਹੜੀਆਂ ਹੈਗੀਆਂ ਨੇ ਉਹ ਸੁਸਾਈਡ ਕਰ ਲੈਂਦੀਆਂ। ਮੈਂ ਹਿੰਮਤ ਨਹੀਂ ਹਾਰੀ, ਅੱਜ ਮੈਂ ਜਿੰਦਾ ਸੀ, ਪਰ ਕਿੰਨੀਆਂ ਕੁੜੀਆਂ ਨੇ ਜਿਹੜੀ ਇਦਾਂ ਦੀ ਹਿੰਮਤ ਕਰ ਸਕਦੀਆਂ ਨੇ। ਸੋ ਮੈਂ ਆਪਣੀਆਂ ਸਾਰੀਆਂ ਮਾਵਾਂ ਭੈਣਾਂ ਧੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਪਲੀਜ਼ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸੀਬਤ ਆਏ, ਆਪਣੇ ਆਪ ਦਾ ਸਾਥ ਕਦੀ ਨਾ ਛੱਡਿਓ, ਆਪਣੇ ਆਪ ਨੂੰ ਕਦੀ ਕਮਜ਼ੋਰ ਨਹੀਂ ਸਮਝਣਾ। ਜੇ ਆਪਣਾ ਸਾਥ ਤੁਸੀਂ ਆਪ ਦੋਗੇ ਨਾ, ਸਾਰਾ ਜ਼ਮਾਨਾ ਤੁਹਾਡੇ ਨਾਲ ਹੈ। ਰੋਂਦੇ ਰਹੋਗੇ ਨਾ, ਕਿਸੇ ਨੇ ਤੁਹਾਨੂੰ ਨਹੀਂ ਪੁੱਛਣਾ ਹੈਗਾ। ਖੁਸ਼ ਹੋ ਕੇ, ਸਟਰੋਂਗ ਹੋ ਕੇ ਅੱਗੇ ਵਧੋ, ਆਪਣਾ ਭਰੋਸਾ ਰੱਖੋ, ਤੇ ਜੇ ਭਰੋਸਾ ਹੈਗਾ ਤੇ ਸਾਰੀ ਦੁਨੀਆ ਤੁਹਾਡੇ ਨਾਲ ਹੈਗੀ ਹੈ। ਤੁਹਾਨੂੰ ਕੋਈ ਕੁਝ ਨਹੀਂ ਤੁਹਾਡਾ ਵਿਗਾੜ ਸਕਦਾ, ਇਹ ਯਾਦ ਰੱਖਿਓ। ਆਪਣੇ ਆਪ ਤੇ ਭਰੋਸਾ ਰੱਖਿਓ।
ਮੈਂ ਇੱਕ ਮੋਟੀਵੇਸ਼ਨਲ ਸਪੀਕਰ ਵੀ ਹਾਂ ਜੀ। ਮੈਂ ਜਗ੍ਹਾ ਤੇ ਜਾਂਦੀ ਹਾਂ, ਮੈਂ ਆਪਣੇ ਬਾਰੇ ਆਪਣੀ ਸਟੋਰੀ ਜਿਹੜੀ ਹੈਗੀ ਲੋਕਾਂ ਨਾਲ ਸ਼ੇਅਰ ਕਰਨੀ ਆ, ਤੇ ਬਹੁਤ ਸਾਰੀ ਕੁੜੀਆਂ ਨੇ ਇਨਸਪਾਇਰ ਹੋ ਕੇ ਮੇਰੇ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਚੇਂਜਸ ਕੀਤੇ ਹੈਗੇ ਨੇ। ਤੇ ਮੈਂ ਉਮੀਦ ਕਰਨੀ ਆ ਹੈ ਕਿ ਮੇਰੀ ਜ਼ਿੰਦਗੀ ਦੀ ਸਾਰੀ ਕਹਾਣੀ ਸੁਣਨ ਤੋਂ ਬਾਅਦ ਜੋ ਭੈਣਾਂ ਇਸ ਹਾਲਾਤ ਦੇ ਵਿੱਚ ਹੈਗੀਆਂ ਨੇ, ਉਹ ਰੋਣਾ ਧੋਣਾ ਨਾ ਕਰਕੇ ਆਪਣੇ ਆਪ ਨੂੰ ਕੋਸ਼ਿਸ਼ ਕਰਨਗੀਆਂ ਇਸ ਹਾਲਾਤਾਂ ਤੋਂ ਬਾਹਰ ਕੱਢਣ ਦੀ। ਇਸੇ ਉਮੀਦ ਦੇ ਨਾਲ ਹੀ ਮੈਂ ਇੱਥੇ ਖਤਮ ਕਰਨੀ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।